ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸਵਰ ਸਿਰ ਤੁਅਕ ਮੁਨ ਪਲਦ ਜਨ, ਸ੍ਰਿੰਗ ਯੋਗ ਦ੍ਰਿਗ ਨਾਰ। ਪੰਚ ਗੁਣ ਮ੍ਰਿਗ ਖਟ ਦੋਖ ਨਰ, ਨਰ ਤੇ ਹਰਨ ਉਦਾਰ। ਸਵਰ ਸਿਰ ਤੁਅਕ ਮੁਨ ਪਲਦ ਜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਸਰੇ ਅਧਿਆਏ ਦੇ ਆਪਾਂ 15ਵੇਂ ਦੋਹਰੇ ਤੱਕ ਪਹੁੰਚੇ ਹਾਂ। ਇਸ ਦੋਹਰੇ ਵਿੱਚ ਜਿਹੜਾ ਹੈ ਪੰਡਿਤ ਹਰਦਿਆਲ ਜੀ ਇੱਕ ਹਰਨ ਦੇ 5 ਗੁਣ ਦੱਸਣਗੇ ਅਤੇ ਮਨੁੱਖ ਦੇ 5 ਦੁੱਖ ਦੱਸਣਗੇ। ਅਤੇ ਉਹ ਜਿਵੇਂ ਆਪਾਂ ਪਿਛੇ ਵਿਚਾਰ ਕੀਤੀ ਆ, ਉਪਰੋਕਤ ਦੋਹਰੇ ਵਿੱਚ ਗੁਣਹੀਣ ਜਿਹੜਾ ਪੁਰਖ ਆ ਉਹਨੂੰ ਹਿਰਨ ਦੀ ਪਹਿਲਾਂ ਬਰਾਬਰਤਾ ਦਿੱਤੀ ਆ, ਪਰ ਅੱਗੇ ਗੁਣਹੀਣ ਜਿਹੜਾ ਪੁਰਖ ਆ ਜਿਸ 'ਚ ਕੋਈ ਗੁਣ ਨਹੀਂ ਆ ਉਹਨੂੰ ਹਿਰਨ ਤੋਂ ਵੀ ਮਾੜਾ ਦੱਸਿਆ ਇਸ ਦੋਹਰੇ ਵਿੱਚ। ਆਓ ਆਪਾਂ ਇਹਦੀ ਵਿਚਾਰ ਕਰੀਏ। ਦੋਹਰਾ ਸਵਰ ਸਿਰ। ਹਿਰਨ ਦੇ ਵਿੱਚ 5 ਗੁਣ ਆ। ਉਹ ਕਿਹੜੇ? ਕਿ ਉਹ ਹਿਰਨ ਜਿਹੜਾ ਸਵਰ ਕਈ ਸ਼ਬਦ ਹੈ ਨਾ, ਘੰਡੇ ਹੇੜੇ ਦਾ ਸ਼ਬਦ ਜਿਹੜਾ ਨਿਕਲਦਾ ਘੰਡੇ ਹੇੜੇ ਵਿੱਚੋਂ ਘੂੰ ਘੂੰ ਕਰਕੇ ਇਸ ਤਰ੍ਹਾਂ ਆਵਾਜ਼ ਆਉਂਦੀ ਉਹਦੀ, ਉਹ ਘੰਡੇ ਹੇੜੇ ਦੇ ਸਵਾਰ ਕਈਏ ਸ਼ਬਦ ਸੁਣ ਕੇ ਆਪਣਾ ਸਿਰ ਜਿਹੜਾ ਉਹ ਸ਼ਿਕਾਰੀ ਨੂੰ ਦੇ ਦਿੰਦਾ। ਭਾਵ ਮਸਤ ਹੋਇਆ ਹੁੰਦਾ, ਨੇਤਰ ਬੰਦ ਕਰ ਲੈਂਦਾ, ਸ਼ਿਕਾਰੀ ਆ ਕੇ ਉਹਦਾ ਸਿਰ ਕੱਟ ਦਿੰਦਾ। ਇਸ ਤਰ੍ਹਾਂ ਆਪਣਾ ਸਿਰ ਦੇ ਦਿੰਦਾ ਇੱਕ। ਅਤੇ ਇੱਕ ਇਹ ਗੁਣ ਆ ਘੰਡੇ ਹੇੜੇ ਦੇ ਸ਼ਬਦ ਸੁਣ ਕੇ। ਤੁਅਕ ਮੁਨ। ਫਿਰ ਹਿਰਨ ਦੀ ਜਿਹੜੀ ਤੁਅਕ ਨਾਮ ਚਮੜੀ ਹੈ, ਮ੍ਰਿਗਸ਼ਾਲਾ ਹੈ, ਉਹ ਮੁਨੀ ਜਨ ਸੰਤ ਜਨਾਂ ਦੇ ਕੰਮ ਆਉਂਦੀ। ਉਹ ਵਿਛਾਉਂਦੇ ਥੱਲੇ ਹੇਠਾਂ ਵਿਛਾ ਕੇ ਉਹਦੇ ਉੱਪਰ ਭਜਨ ਕਰਦੇ, ਸਿਮਰਨ ਕਰਦੇ, ਤਾਂ ਜੋ ਕੀੜੇ ਮਕੌੜੇ ਲਾਗੇ ਨਹੀਂ ਆਉਂਦੇ। ਗੁਰਬਾਣੀ ਵਿੱਚ ਹੀ ਆਉਂਦਾ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਿੱਡੀ ਵੱਡੀ ਮ੍ਰਿਗਸ਼ਾਲਾ! ਉਹ ਮਿਰਗ ਕਿੰਨਾ ਕਰਮਾਂ ਵਾਲਾ ਜਿਸ ਮ੍ਰਿਗਸ਼ਾਲਾ ਉੱਪਰ ਭਗਤ ਕਬੀਰ ਮਹਾਰਾਜ ਬੈਠੇ। ਇਸ ਤਰ੍ਹਾਂ ਤੁਅਕ ਚਮੜੀ ਜਿਹੜੀ ਮੁਨੀਆਂ ਦੇ ਕੰਮ ਆਉਂਦੀ ਹੈ। ਪਲਦ ਜਨ। ਪਲਦ ਕਹੀਏ ਜਿਹੜਾ ਮਾਸ ਆ, ਹਾਂਜੀ, ਉਹ ਮਾਸ ਖਾਣ ਵਾਲੇ ਜਿਹੜੇ ਜਨ ਕਹੀਏ ਪੁਰਸ਼ ਆ, ਉਹ ਮਨੁੱਖ ਹਿਰਨ ਦਾ ਮਾਸ ਖਾਂਦੇ। ਭਾਵ ਹਿਰਨ ਦਾ ਮਾਸ ਵੀ ਕੰਮ ਆ ਗਿਆ। ਵੇਖੋ, ਪਲਦ ਨਾਮ ਮਾਸ ਦਾ। ਜਿਹੜਾ ਮਾਸ ਖਾਣ ਵਾਲੇ ਆ ਜਨ ਪੁਰਸ਼, ਉਹ ਹਿਰਨ ਦਾ ਮਾਸ ਵੀ ਖਾ ਲੈਂਦੇ ਆ, ਸ਼ਿਕਾਰੀ ਖਾਂਦੇ ਹੀ ਆ। ਸ੍ਰਿੰਗ ਯੋਗ। ਸ੍ਰਿੰਗ ਨਾਮ ਹੁੰਦਾ ਸਿੰਘਾਂ ਦਾ। ਹਿਰਨ ਦੇ ਜਿਹੜੇ ਸ੍ਰਿੰਗ ਸਿੰਘ ਆ ਨਾ, ਉਹ ਵੀ ਯੋਗ ਕਹੀਏ, ਕਿਉਂਕਿ ਗੱਗੇ ਨੂੰ ਸਿਹਾਰੀ ਇੱਥੇ ਅਰਥ ਬਣੂਗਾ ਯੋਗੀ। ਯੋਗੀਆਂ ਦੇ ਕੰਮ ਆਉਂਦੀ ਹੈ। ਭਾਵ ਉਹ ਸਿੰਗੀ ਬਣਾ ਕੇ ਵਜਾਉਂਦੇ ਆ, ਅਤੇ ਜਦੋਂ ਹੀ ਉਹ ਚੂਰਮਾ ਜਿਹਾ ਆਪਣਾ ਛਕਦੇ ਆ ਅਤੇ ਪੰਜੀਰੀ ਜਿਹੀ ਛਕਦੇ ਆ, ਉਦੋਂ ਸਿੰਗੀ ਵਜਾਉਂਦੇ। ਕਿਸੇ ਵੇਲੇ ਮਸਤੀ ਵਿੱਚ ਆ ਕੇ ਵੀ ਸਿੰਗੀ ਵਜਾਉਂਦੇ। ਐਵੇਂ ਸਿੰਘ ਦੀ ਜਿਹੜੀ ਆ ਸਿੰਗੀ ਬਣਦੀ ਆ, ਉਹ ਯੋਗੀਆਂ ਦੇ ਕੰਮ ਆਉਂਦੀ ਹੈ। ਅੱਗੇ ਆ ਦ੍ਰਿਗ ਨਾਰ। ਫਿਰ ਹਿਰਨ ਦੇ ਜਿਹੜੇ ਦ੍ਰਿਗ ਨੇਤਰ ਆ, ਉਹ ਨੇਤਰਾਂ ਦੀ ਅੱਖਾਂ ਦੀ ਉਪਮਾ ਕਵੀ ਜਨ ਨਾਰ ਕਹੀਏ ਇਸਤਰੀ ਦੇ ਨੇਤਰਾਂ ਨੂੰ ਦਿੰਦੇ। ਕਹਿੰਦੇ ਇਹਦੀਆਂ ਅੱਖਾਂ ਜਿਹੜੀਆਂ ਹਰਨੀ ਵਰਗੀਆਂ, ਕਿਉਂਕਿ ਬੜੇ ਸੋਹਣੀਆਂ ਦੀਆਂ ਅੱਖਾਂ ਹੁੰਦੀਆਂ ਹਿਰਨੀਆਂ ਦੀਆਂ। ਚਿੜੀਆ ਘਰ ਵਿੱਚ ਜਾਣ ਦਾ ਮੌਕਾ ਮਿਲਿਆ ਸੀ, ਉੱਥੇ ਹਿਰਨ ਵੀ ਵੇਖੇ ਸਨ। ਇਸ ਤਰ੍ਹਾਂ ਬਹੁਤ ਭੋਲਾ ਜਿਹਾ ਜਾਨਵਰ ਹੁੰਦਾ, ਕੁਝ ਨੱਠਣ ਭੱਜਣ ਵਿੱਚ ਬੜਾ ਤੇਜ਼ ਆ। ਅੱਖਾਂ ਜਿਹੜੇ ਦ੍ਰਿਗ ਉਹਦੇ ਹਿਰਨ ਦੇ ਨੇਤਰ ਆ, ਉਹਦੀ ਉਪਮਾ ਕਵੀ ਜਨ ਨਾਰ ਕਹੀਏ ਇਸਤਰੀ ਦੇ ਨੇਤਰਾਂ ਨਾਲ ਦਿੰਦੇ। ਕਹਿੰਦੇ ਇਹਦੀਆਂ ਅੱਖਾਂ ਹਿਰਨੀ ਵਰਗੀਆਂ। ਪੰਚ ਗੁਣ ਮ੍ਰਿਗ। ਇਹ 5 ਗੁਣ ਵੇਖੋ ਮ੍ਰਿਗ ਕਹੀਏ ਹਿਰਨ ਵਿੱਚ ਹਨ। ਖਟ ਦੋਖ ਨਰ। ਪਰ ਇਸ ਤੋਂ ਉਲਟ ਨਰ ਕਹੀਏ ਜਿਹੜਾ ਬੰਦਾ ਵਾ, ਬੰਦੇ ਵਿੱਚ, ਮਨੁੱਖ ਵਿੱਚ, ਪੁਰਸ਼ ਵਿੱਚ। ਖਾਟ ਕਹੀਏ 6 ਦੋਸ਼। ਦੋਖ ਕਹੀਏ ਦੋਸ਼ ਗੁਨਾਹ ਹਨ। ਨਰ ਤੇ ਹਰਨ ਉਧਾਰ। ਇਸ ਕਰਕੇ ਨਰ ਕਹੀਏ ਜਿਹੜਾ ਪੁਰਸ਼ ਆ, ਹਾਂਜੀ, ਇਹ ਪੁਰਸ਼ ਤੋਂ ਹਰਨ ਕਹੀਏ ਹਿਰਨ ਜਿਹੜਾ ਉਧਾਰ ਕਈ ਗੁਣਾ ਸ੍ਰੇਸ਼ਟ ਹੈ। ਨਰ ਜਿਹੜਾ
ਬੰਦਾ ਨਾ ਬੰਦੇ ਤੋਂ ਹਿਰਨ ਕਈ ਹਿੱਸੇ ਜਿਹੜਾ ਸ੍ਰੇਸ਼ਟ ਉਦਾਰ ਮਹਾਨ ਆ, ਸ੍ਰੇਸ਼ਟ ਹੈ। ਬੰਦੇ ਦੇ ਸੁਦਾ ਪਿਆਸਾ ਸੋਗ ਪੁੰਨ ਹਰਖ ਜਨਮ ਅਰ ਅੰਤ, ਇਹ ਖਟ ਉਰਮੀ ਧਰਮ ਧਨ ਆਤਮ ਰਹਿਤ ਅਨੰਤ। ਇਹ ਜਿਹੜੀਆਂ ਉਰਮੀ ਕਹੀਏ ਲਹਿਰਾਂ ਨਾ, ਇਹ ਖਟ ਕਹੀਏ 6 ਲਹਿਰਾਂ ਆ। ਇਹ ਜੀਅ ਵਿੱਚ 6 ਦੋਸ਼ ਆ। ਭੁੱਖ ਲੱਗਦੀ, ਇਹਨੂੰ ਪਿਆਸ ਲੱਗਦੀ, ਗਮ, ਕਦੀ ਖੁਸ਼, ਕਦੀ ਜੰਮਦਾ, ਕਦੀ ਦਾ ਮਰਦਾ। ਇਹਦੇ ਵਿੱਚ ਤਾਂ ਇੱਦਾਂ ਔਗਣੀਆਂ ਅਤੇ ਬੰਦਾ ਦੇ ਕਿਸੇ ਕੰਮ ਦਾ ਨਹੀਂ ਹੈ ਅਸਲ ਵਿੱਚ। ਜੇ ਜਾਣਿਆ ਜਾਵੇ ਗੁਰਬਾਣੀ ਵਿੱਚ ਵੀ ਆ, ਪਿੱਛੇ ਪੜ੍ਹਿਆ ਹੀ ਨਾ, ਨਰੂ ਮਰੈ ਨਰੂ ਮਰੈ ਅਤੇ ਮਨੁੱਖ ਮਰੇ, ਪਸ਼ੂ ਮਰੇ 10 ਕਾਜ ਸਵਾਰੇ, ਨਰੂ ਮਰੇ ਨਰ ਕਾਮ ਨਾ ਆਵੇ। ਬੰਦਾ ਮਰਦਾ ਕਿਸੇ ਕੰਮ ਨਹੀਂ ਆਉਂਦਾ ਅਤੇ ਪਰ ਪਸ਼ੂ ਮਰੇ 10 ਕਾਜ ਸਵਾਰਦਾ। ਇਹਦੇ ਵਿੱਚ ਤਾਂ ਔਗਣੀਆਂ ਬੰਦੇ ਵਿੱਚ ਬੰਦੇ ਵਿੱਚ ਸਗੋਂ 6 ਔਗਣ ਆ। ਉੱਥੇ ਲਿਖ ਹੀ ਦਿੱਤਾ ਨਾ ਦੋਹਰੇ ਵਿੱਚ ਕਿ ਖਟ 2 ਖੰਡਾਰ, ਬੰਦੇ ਵਿੱਚ 6 ਔਗਣ ਆ ਅਤੇ ਹਿਰਨ ਵਿੱਚ 5 ਗੁਣ ਆ। ਕਿੱਡੀ ਵੱਡੀ ਗੱਲ ਆ। ਫਿਰ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵੀ ਬੰਦਾ ਇਹ ਸਾਰੇ ਜਾਨਵਰਾਂ ਨੂੰ ਅਤੇ ਇੱਕ ਚੰਬੜਿਆ, ਇਹਨੂੰ 5 ਚੰਬੜੇ। ਜਾਨਵਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੱਕ ਔਗਣ ਆ। ਇੱਧਰ ਤੇ 5 ਹਾਵੀ ਹੋਏ ਬੰਦੇ ਦੇ। ਇਸ ਕਰਕੇ ਖਟ 2 ਹੈ ਪੁਰਸ਼ ਵਿੱਚ, ਵਿਰਲੇ ਤੋਂ ਬਚਦੇ। ਸੋ ਅੱਗੇ ਦੋਹਰਾ ਫਿਰ ਉਚਾਰ ਰਹੇ ਹਨ। ਪੁਰਖ ਅਸ਼ਾਸਤਰੀ ਕਿਆ ਲਖੇ, ਗੁਣ ਦੋਖਣ ਕੀ ਸੰਦ। ਪੁਰਖ ਅਸ਼ਾਸਤਰੀ ਕਿਆ ਲਖੇ, ਜੋ ਪੁਰਖ ਅਸ਼ਾਸਤਰੀ ਸ਼ਾਸਤਰ ਤੋਂ ਰਹਿਤ ਹੈ, ਭਾਵ ਅਨਪੜ੍ਹ ਆ, ਅਗਿਆਨੀ ਆ, ਗ੍ਰੰਥਾਂ ਦੀ ਵਿੱਦਿਆ ਤੋਂ ਆ ਕਈ ਰਹਿਤ ਆ, ਨਹੀਂ ਪੜ੍ਹਿਆ, ਉਹ ਗੁਣ ਅਤੇ ਦੋਖਣ, ਗੁਣ ਦੋਖਣ ਕੀ ਸੰਦ। ਗੁਣ ਚੰਗੇ ਗੁਣ, ਦੋਖਣ ਦੋਸ਼ਾਂ ਦੀ, ਮਾੜੇ ਔਗਣਾਂ ਦੀ। ਦੋਖਣ ਕਹੀਏ ਦੋਸ਼ਾਂ ਦੀ ਜਾਂ ਮਾੜੇ ਔਗਣਾਂ ਦੀ। ਸੰਦ ਕਹੀਏ ਜਿਹੜੀ ਸੰਧੀ ਆ, ਮਿਲਾਉਣੀ ਆ, ਉਹਨੂੰ ਕਿਆ ਲਖੇ, ਕੀ ਲਖੇ ਕੀ ਜਾਣ ਸਕਦਾ, ਭਾਵ ਨਹੀਂ ਜਾਣ ਸਕਦਾ ਕਿ ਕਿਸ ਕੰਮ ਵਿੱਚ ਦੋਸ਼ ਆ, ਕਿਸ ਕੰਮ ਵਿੱਚ ਗੁਣ ਆ। ਤਾਈਂ ਤਾਂ ਕਹਿੰਦੇ ਨਾ, ਜਦੋਂ ਕੋਈ ਮਾੜਾ ਕਰ ਦੇਵੇ ਨਾ ਕੋਈ ਮੂਰਖ, ਕਹਿੰਦੇ ਉਹ ਤੂੰ ਵੇਖ ਤੇ ਲੈਂਦਾ ਥੋੜ੍ਹਾ ਬਹੁਤਾ, ਇਹ 'ਚ ਮੈਨੂੰ ਫਾਇਦਾ ਕਿ ਨਹੀਂ ਫਾਇਦਾ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਅਤੇ ਜਿਹੜੇ ਗਿਆਨੀ ਪੁਰਸ਼ ਆ, ਉਹ ਪਹਿਲਾਂ ਕੰਮ ਕਰਨ ਤੋਂ ਪਹਿਲਾਂ, ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਵਿਚਾਰ ਕਰਦੇ ਆ, ਉਹੀ ਸਿਆਣਾ ਹੁੰਦਾ। ਜਿਹੜਾ ਹੁਣ ਅਸ਼ਾਸਤਰੀ ਆ, ਅਗਿਆਨੀ ਆ, ਅਨਪੜ੍ਹ ਆ, ਗ੍ਰੰਥਾਂ ਦੀ ਵਿੱਦਿਆ ਤੋਂ ਰਹਿਤ ਆ, ਕੋਈ ਪੜ੍ਹਿਆ ਪੁੜ੍ਹਿਆ ਨਹੀਂ, ਅਨਪੜ੍ਹ ਹੀ ਆ, ਕਿਆ ਲਖੇ ਕੀ ਜਾਣ ਸਕਦਾ ਗੁਣਾਂ ਦੀ ਅਤੇ ਦੋਸ਼ਾਂ ਦੀ ਸੰਧੀ ਕੀ ਮਿਲਾਉਣੀ। ਉਹਨੂੰ ਕੀ ਪਤਾ ਕਿ ਗੁਣ ਚੰਗੇ ਆ ਮੇਰੇ ਲਈ ਕਿ ਦੋਸ਼ ਚੰਗੇ ਆ। ਉਹ ਤਾਂ ਬਸ ਜਿਹੜਾ ਚੀਜ਼ ਅੱਗੇ ਆ ਗਈ ਆਉਣ ਦਿਓ। ਰੂਪ ਭੇਦ ਅਧਿਕਾਰ ਜੋ ਅੱਗੇ ਦ੍ਰਿਸ਼ਟਾਂਤ ਦੇ ਦਿੰਦੇ ਆ ਵੀ ਵੇਖੋ, ਇਹ ਜਿਹੜਾ ਰੂਪ ਆ, ਭਾਵ ਰੂਪ ਕਹੀਏ ਆਕਾਰਾਂ ਦਾ ਜਾਂ ਰੰਗਾਂ ਦਾ। ਰੂਪ ਦਾ ਅਰਥ ਆਕਾਰ ਵੀ ਹੁੰਦਾ, ਰੂਪ ਦਾ ਅਰਥ ਰੰਗ ਰੂਪ ਵੀ ਹੁੰਦਾ। ਰੰਗ ਰੂਪ ਜਾਂ ਆਕਾਰਾਂ ਦਾ ਜਿਹੜਾ ਭੇਦ ਆ, ਫਰਕ ਆ, ਉਹਦਾ ਜੋ ਕਿ ਜਿਹੜਾ ਅਧਿਕਾਰ ਆ, ਹੱਕ ਹੈ, ਕਿਆ ਪ੍ਰਾਪਤ ਹੈ ਆਨੰਦ। ਦੱਸੋ ਉਸ ਅੰਧ ਕਹੀਏ ਅੰਨੇ ਮਨੁੱਖ ਨੂੰ ਕਿਆ ਕਹੀਏ ਕੀ ਪ੍ਰਾਪਤ ਹੋਇਆ ਕਈ ਹੋਵੇਗਾ, ਭਾਵ ਕੁਝ ਨਹੀਂ। ਵੀ ਜਿਹੜਾ ਅੰਨਾ ਪੁਰ ਮਨੁੱਖ ਆ, ਉਹਨੂੰ ਕਾਲਾ ਪੀਲਾ ਨੀਲਾ ਗੋਰਾ ਚਿੱਟਾ ਕਸੈਲਾ ਮੈਲਾ, ਇਹ ਜਿਹੜੇ ਰੂਪ ਰੰਗ ਆ ਜਾਂ ਆਕਾਰ ਵੱਡੇ ਛੋਟੇ ਆ, ਉਹਦਾ ਜਿਹੜਾ ਭੇਦ ਫਰਕ ਆ, ਉਹਦਾ ਭੇਦਾਂ ਫਰਕਾਂ ਦਾ ਜੋ ਅਧਿਕਾਰ ਹੱਕ ਆ, ਕਿਆ ਪ੍ਰਾਪਤ ਹੈ, ਕੀ ਉਹਨੂੰ ਪ੍ਰਾਪਤ ਹੋਵੇਗਾ, ਕੁਝ ਵੀ ਨਹੀਂ ਹੋਊਗਾ। ਜਿਵੇਂ ਅੰਨਾ ਮਨੁੱਖ ਕੋਈ ਰੰਗ ਰੂਪ ਦੇਖ ਹੀ ਨਹੀਂ ਸਕਦਾ ਕਿ ਕਿਹੜਾ ਰੰਗ ਹੈ, ਤਿਵੇਂ ਅਨਪੜ੍ਹ ਮਨੁੱਖ ਸ੍ਰੇਸ਼ਟ ਗੁਣ ਅਤੇ ਦੋਸ਼ਾਂ ਦੀ ਜਿਹੜੀ ਸੰਧੀ ਆ, ਉਹਦਾ ਵਿਚਾਰ ਕੀ ਕਰ ਸਕਦਾ, ਭਾਵ ਕੁਝ ਨਹੀਂ।
ਉਹ ਤਾਂ ਦੋਸ਼ਾਂ ਨੂੰ ਹੀ ਗੁਣ ਸਮਝ ਸਕਦਾ ਨਾ, ਅਤੇ ਉਹਨਾਂ ਵਿੱਚ ਫਸ ਸਕਦਾ। ਇਸ ਕਰਕੇ ਵਿੱਦਿਆ ਜ਼ਰੂਰੀ ਪੜ੍ਹਨੀ ਚਾਹੀਦੀ। ਸਤਿਗੁਰੂ ਮਹਾਰਾਜ ਦੇ ਪਾਵਨ ਬਚਨ ਆਉਂਦੇ ਵਾਰ ਸਮਾਜ ਵਿੱਚ, ਸੱਤੀ ਪਹਿਰੀ ਸਤ ਭਲਾ ਬਹੀਏ ਪੜ੍ਹਿਆ ਪਾਸ, ਉਥੇ ਪਾਪ ਪੁੰਨ ਵਿਚਾਰੀਆ ਕੂੜੈ ਘਟੈ ਰਾਸ। ਹਾਂਜੀ, ਵਿੱਦਿਆ ਪੜ੍ਹਨੀ ਵਿੱਦਿਆ ਵਿਚਾਰੀ ਤਾ ਪਰਉਪਕਾਰੀ। ਅੰਨੇ ਨੂੰ ਜਿਵੇਂ ਰੂਪ ਰੰਗਾਂ ਦਾ ਕੋਈ ਭੇਦ ਦਾ ਹੱਕ ਹੁੱਕ ਨਹੀਂ ਹੈ ਨਾ, ਪ੍ਰਾਪਤ ਨਹੀਂ ਹੁੰਦਾ, ਉਹਨੂੰ ਸਮਝ ਨਹੀਂ ਪੈਂਦੀ, ਨੀਲਾ ਗੋਰਾ ਕਾਲਾ, ਉਹਦੇ ਵਾਸਤੇ ਸਭ ਕੁਝ ਹਨੇਰਾ ਹੀ ਹਨੇਰਾ। ਇਸੇ ਤਰ੍ਹਾਂ ਜਿਹੜਾ ਅਨਪੜ੍ਹਿਆ ਅਗਿਆਨੀ ਆ, ਉਹ ਕੀ ਸਮਝ ਸਕਦਾ ਗੁਣ ਕੀ ਆ ਦੋਸ਼ ਕੀ ਆ, ਉਹਦੇ ਵਾਸਤੇ ਸਦਾ ਹਨੇਰਾ ਹੀ ਆ। ਗੁਣ ਦੋਸ਼ ਇੱਕ ਸਮਾਨ ਹੀ ਆ। ਮੁਗਧ ਪੂਜ ਨਿਜ ਧਾਮ ਮੈਂ, ਵਿੱਦਿਆ ਨੂੰ ਪ੍ਰਾਪਤ ਕਰਨ ਵਾਲੇ ਵਿਦਵਾਨ ਦੀ ਉਪਮਾ ਕਥਨ ਕਰਦੇ ਆ ਹੁਣ ਇਸ ਵਿੱਚ। ਕਹਿੰਦੇ ਮੁਗਧ ਪੂਜ ਨਿਜ ਧਾਮ ਮੈਂ। ਵੇਖੋ ਜਿਸ ਪ੍ਰਕਾਰ ਮੁਗਧ ਕਹੀਏ ਮੂਰਖ ਮਨੁੱਖ, ਨਿਜ ਆਪਣੇ ਧਾਮ ਮੈਂ ਕਹੀਏ ਘਰ ਦੇ ਵਿੱਚ, ਪੂਜ ਕਹੀਏ ਪੂਜਿਆ ਜਾਂਦਾ। ਭਾਵ ਹੁਣ ਮੂਰਖ ਜਿਹੜਾ ਮਨੁੱਖ ਆ ਸਭ ਨੂੰ ਉਲਟਾ ਹੀ ਬੋਲਦਾ, ਜਿਸ ਨੂੰ ਸੁਣ ਕੇ ਘਰ ਵਾਲੇ ਕੁਝ ਨਹੀਂ ਕਹਿਣਗੇ, ਸਗੋਂ ਉਸਦਾ ਅਦਬ ਕਰਦੇ ਆ। ਪਰ ਜੇਕਰ ਉਹ ਬਾਹਰ ਕਿਸੇ ਨੂੰ ਉਲਟਾ ਬੋਲੇ ਤਾਂ ਬਾਹਰ ਵਾਲੇ ਕੁੱਟ ਵੀ ਦਿੰਦੇ। ਇਸ ਲਈ ਮੂਰਖ ਮਨੁੱਖ ਦੀ ਆਪਣੇ ਘਰ ਵਿੱਚ ਹੀ ਪੂਜਾ ਹੁੰਦੀ। ਮੁਗਧ ਪੂਜ ਨਿਜ ਧਾਮ। ਮੂਰਖ ਪੂਜਿਆ ਜਾਂਦਾ ਆਪਣੇ ਘਰ ਵਿੱਚ ਹੀ, ਉਲਟਾ ਸਿੱਧਾ ਬੋਲੀ ਜਾਂਦਾ। ਘਰ ਦੇ ਕਹਿੰਦੇ ਚਲੋ ਕੋਈ ਗੱਲ ਨਹੀਂ, ਤੇ ਮੂਰਖ ਹੋਇਆ। ਬਾਹਰ ਲੋਕ ਨਹੀਂ ਵਹਿੰਦੇ, ਬਾਹਰ ਲੋਕ ਸਿੱਧਿਆਂ ਕਰ ਦਿੰਦੇ ਜੇ ਕੋਈ ਟੇਢਾ ਬੋਲੇ। ਪ੍ਰਭੂ ਪੂਜ ਨਿਜ ਨਗਰ। ਹੁਣ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਵਾਨ ਦੀ ਉਪਮਾ ਕਰਨ ਲੱਗੇ ਦੋਹਰੇ ਵਿੱਚ, ਦੱਸਣ ਲੱਗੇ ਕਿਹਦੀ ਪੂਜਾ ਕਿੱਥੇ ਹੁੰਦੀ। ਮੂਰਖ ਦੀ ਤੇ ਹੁੰਦੀ ਆ ਆਪਣੇ ਘਰ ਦੇ ਵਿੱਚ ਹੀ ਪੂਜਾ। ਪ੍ਰਭੂ ਕਹੀਏ ਜਿਹੜਾ ਮਾਲਕ ਆ, ਚੌਧਰੀ ਆ, ਨੰਬਰਦਾਰ, ਸਰਪੰਚ ਆ, ਉਹ ਨਿਜ ਨਗਰ ਆਪਣੇ ਨਗਰ ਕਹੀਏ ਗ੍ਰਾਮ ਪਿੰਡ ਵਿੱਚ ਹੀ ਪੂਜ ਕਹੀਏ ਪੂਜਿਆ ਜਾਂਦਾ। ਪਿੰਡ ਵਾਲੇ ਉਹਦਾ ਅਦਬ ਸਤਿਕਾਰ ਕਰਦੇ ਆ ਵੀ ਚਲੋ ਲੋੜ ਪੈ ਜਾਂਦੀ ਨੰਬਰਦਾਰ ਦੀ, ਸਰਪੰਚ ਦੀ, ਇਹ ਚੌਧਰੀ ਹੈ। ਪਰ ਬਾਹਰ ਨਹੀਂ ਜਾਣਦੇ ਵੀ ਸਰਪੰਚ ਹੈ। ਬਾਹਰੋਂ ਕੁਝ ਬੋਲੇ ਤਾਂ ਉਹਨਾਂ ਉੱਥੇ ਫੜ ਲੈਣਾ, ਪਿੰਡ ਸੋਚਣਾ ਵੀ ਸਰਪੰਚ ਆ, ਆਪਾਂ ਨੂੰ ਲੋੜ ਪੈ ਸਕਦੀ, ਮੋਹਰ ਠੱਪਾ ਲਵਾਉਣਾ ਪੈਂਦਾ। ਇਸ ਤਰ੍ਹਾਂ ਪ੍ਰਭੂ ਦਾ ਅਰਥ ਮਾਲਕ, ਚੌਧਰੀ, ਨੰਬਰਦਾਰ, ਸਰਪੰਚ, ਕੁਝ ਵੀ ਕਰ ਲਓ, ਉਹ ਆਪਣੇ ਨਗਰ ਵਿੱਚ ਹੀ ਪੂਜ ਕਹੀਏ ਪੂਜਿਆ ਜਾਂਦਾ। ਭੂਪ ਪੂਜ ਸਵੈ ਦੇਸ਼ ਮੈਂ। ਭੂਪ ਕਹੀਏ ਜਿਹੜਾ ਰਾਜਾ ਵਾ ਉਹ ਸਵੈ ਦੇਸ਼, ਸਵੈ ਕਹੀਏ ਆਪਣੇ ਦੇਸ਼ ਦੇ, ਮੈਂ ਕਹੀਏ ਵਿੱਚ, ਪੂਜ ਕਹੀਏ ਪੂਜਿਆ ਜਾਂਦਾ। ਉਹਦੀ ਪੁੱਛ ਗਿੱਛ ਨਾ ਆਪਣੇ ਦੇਸ਼ ਵਿੱਚ ਹੁੰਦੀ ਰਾਜੇ ਦੀ, ਦੂਜੇ ਦੇਸ਼ ਵਿੱਚ ਨਹੀਂ ਦੀ ਚੱਲਦੀ। ਉੱਥੇ ਚਲਾਊਗਾ ਤੇ ਉਹ ਮਾਰ ਖਾਊ। ਪੂਜਤ ਗੁਣੀ ਸਮਗਰ। ਪਰ ਜੋ ਗੁਣੀ ਹੈ ਨਾ, ਗੁਣਵਾਨ ਪੁਰਖ, ਵਿੱਦਿਆ ਪੜ੍ਹਿਆ ਚੰਗਾ ਵਿਦਵਾਨ ਹੈ, ਅਤੇ ਉਹ ਸਮਗਰ ਕਹੀਏ ਸਭ ਜਗ੍ਹਾ ਹੀ, ਪੂਜਿਤ ਕਹੀਏ ਪੂਜਿਆ ਜਾਂਦਾ। ਵਿਦਵਾਨ ਪੁਰਖ ਨੂੰ ਸਭ ਜਗ੍ਹਾ ਹੀ ਸਤਿਕਾਰਿਆ ਜਾਂਦਾ। ਜੇ ਚੰਗੀ ਵਿੱਦਿਆ ਪੜ੍ਹੇ ਆ, ਕਾਂਸੀ ਚਲੇ ਜਾਓ, ਜਗਨਨਾਥ ਚਲੇ ਜਾਓ, ਸਭ ਥਾਂ ਪੂਜੇ ਜਾਓਗੇ। ਚੰਗੀ ਵਿੱਦਿਆ ਪੜ੍ਹੇ ਹੋ, ਮਸੀਤ ਵਿੱਚ ਬਹਿ ਕੇ ਕਥਾ ਸ਼ੁਰੂ ਕਰ ਦਿਓ ਤਾਂ ਵੀ ਸਤਿਕਾਰ ਕਰਨਗੇ ਮੌਲਵੀ ਵੀ ਸਾਡਾ ਇਹਨੂੰ ਜਾਣਕਾਰੀ। ਮੰਦਰ 'ਚ ਚਲੇ ਜਾਓ, ਉੱਥੇ ਹੀ ਸਤਿਕਾਰ ਕਰਨਗੇ। ਬਾਈਬਲ ਦੇ ਜਾਣਕਾਰ ਹੋ ਅਤੇ ਗਿਰਜੇ ਘਰਾਂ ਵਿੱਚ ਜਾਣੇ ਜਾਓਗੇ, ਚਰਚਾਂ ਵਿੱਚ ਜਾਣੇ ਜਾਓਗੇ, ਗੁਰਦੁਆਰਿਆਂ 'ਚ ਜਾਣੇ ਜਾਓਗੇ। ਇਹ ਗੁਣੀ ਸਾਰੇ ਥਾਂ ਹੀ ਪੂਜਿਆ ਜਾਂਦਾ। ਇਸ ਕਰਕੇ ਵਿੱਦਿਆ ਪੜ੍ਹਨੀ, ਵਿਦਵਾਨ ਬਣਨਾ, ਹੰਕਾਰ ਨਾ ਕਰਨਾ, ਨਿਮਰਤਾ ਵਿੱਚ ਰਹਿਣਾ, ਇਹ ਗੁਣ ਧਾਰਨ ਕਰਨੇ ਚਾਹੀਦੇ। ਕਿਉਂਕਿ ਗੁਣੀ ਪੁਰਸ਼ ਸਮਗਰ ਕਹੀਏ ਸਾਰੀ ਜਗ੍ਹਾ ਪੂਜਿਤ ਪੂਜਿਆ ਜਾਂਦਾ, ਸਤਿਕਾਰਿਆ ਜਾਂਦਾ। ਏਕ ਆਖਰ ਦਾਤਾ ਜੋ ਗੁਰ। ਹੁਣ ਇਹ ਦੋਹਰਾ ਨੋਟ ਕਰਨ ਵਾਲਾ ਵੀ ਜਿਹੜੀ ਬ੍ਰਹਮ ਵਿੱਦਿਆ ਦੇਣ ਵਾਲੇ ਗੁਰੂ ਹੈ, ਗੁਰੂ ਦੀ ਸੇਵਾ ਤੋਂ ਜੋ ਬੇਮੁਖ ਰਹਿੰਦਾ, ਉਹਦੀ ਹਾਲਤ ਵਿੱਚ ਕਥਨ ਕਰਨ ਲੱਗੇ ਆ। ਜੋ ਸਾਡਾ ਅੱਜ ਕੱਲ੍ਹ ਜੀਵਾਂ ਦਾ ਸੁਭਾਅ ਬਣਿਆ ਵੀ ਜਦੋਂ ਪ੍ਰਾਪਤ ਕੁਝ ਕਰਨਾ ਉਹਦੇ 'ਤੇ ਗੋਡੀ ਹੱਥ ਲਾਈ ਜਾਣਾ, ਡਿੱਗੀ ਜਾਣਾ, ਢਾਈ ਜਾਣਾ,
ਜਦੋਂ ਪੜ੍ਹ ਲਿਖ ਲਿਆ ਫਿਰ ਆਪਾਂ ਨੂੰ ਕੋਈ ਚੇਤਾ ਨਹੀਂ ਆਉਂਦਾ ਆਪਣੇ ਵਿਦਿਆ ਉਸਤਾਦ ਦਾ। ਇਹ ਸਭ ਦਾ ਹੀ ਹਾਲ ਆ, ਬਹੁਤ ਜਾਣਿਆਂ ਦਾ। ਕੋਈ ਵਿਰਲੇ ਹੀ ਆ ਜਿਹੜੇ ਆਪਣੇ ਵਿਦਿਆ ਉਸਤਾਦ ਦੇ ਬਾਰੇ ਪ੍ਰੇਮ ਰੱਖਣਾ, ਜਾਂ ਹੀ ਗੱਲਾਂ ਦਾ ਹੀ ਪ੍ਰੇਮ ਰੱਖਦੇ ਆ, ਕੋਈ ਸਤਿਕਾਰ ਮਾਇਆ ਪੈਸੇ ਧਨ ਨਾਲ, ਜਾਂ ਵੀ ਅਸੀਂ ਕੋਈ ਕੱਪੜਾ ਆਦਿ ਦੇ ਕੇ ਨਹੀਂ ਕਰਦੇ, ਗੱਲਾਂ ਨਾਲ ਹੀ ਆ ਵੀ ਫਲਾਣਾ ਸਾਡਾ ਉਸਤਾਦ ਹੈ। ਅੰਦਰ ਸਾਡੇ ਅੰਦਰ ਕੋਈ ਪ੍ਰੇਮ ਨਹੀਂ ਆ, ਭੁੱਲੇ ਰਹਿੰਦੇ ਆਪੋ ਆਪਣੇ ਕੰਮਾਂ 'ਚ ਰੁੱਝੇ ਹੋਏ। ਕਿੰਨੇ ਵਿਦਵਾਨ ਆ ਜਿਹੜੇ ਆਪਣੇ ਉਸਤਾਦਾਂ ਤੋਂ ਪੜ੍ਹ ਪੜ੍ਹ ਕੇ ਦੇਸ਼ਾਂ ਵਿਦੇਸ਼ਾਂ 'ਚ ਰਹਿਣ ਡੇ, ਕਦੇ ਵਿਦਿਆ ਗੁਰੂਆਂ ਦਾ ਹਾਲ ਹੀ ਨਹੀਂ ਪੁੱਛਿਆ ਇਹਨਾਂ ਨੇ। ਸੋ ਇੱਥੇ ਅਕਿਰਤ ਘਣਾਤਾ ਦਾ ਜਿਹੜਾ ਫਲ ਦੱਸਣ ਲੱਗੇ ਆ, ਇੱਕ ਆਖਰ ਦਾਤਾ ਜੋ ਗੁਰ ਇਹ ਭਾਈ, ਏਕ ਅੱਖਰ ਕੰਨੇ ਵਿੱਚ ਨਿਕਲਣਾ ਐਡ ਬਣ ਜਾਣਾ ਏਕ ਅੱਖਰ। ਜਿਹੜਾ ਇੱਕ ਵੀ ਅੱਖਰ ਦਾ ਦਾਤਾ ਕਹੀਏ, ਦਾਤਾ ਦੇਣ ਵਾਲਾ, ਦਾਨ ਦੇਣ ਵਾਲਾ ਗੁਰੂ ਹੈ। ਜੋ ਕਹੀਏ ਜਿਹੜਾ ਗੁਰੂ ਇੱਕ ਅੱਖਰ ਵੀ ਦਾਤਾ ਕਹੀਏ ਦਾਨ ਦੇਣ ਵਾਲਾ ਹੈ। ਆਓ ਜਿਸ ਨੇ ਇੱਕ ਵੀ ਅੱਖਰ ਪੜ੍ਹਾਇਆ ਹੋਵੇ, ਇੱਕ ਅੱਖਰ ਦੀ ਗੱਲ ਹੈ ਇੱਥੇ, ਅਤੇ ਜਿਨ੍ਹਾਂ ਨੇ ਸੰਥਿਆ ਪੂਰੀ ਕੀਤੀ ਉਹ ਸਾਡੇ ਵਰਗੇ ਕਿੱਥੇ ਲਿਖਾ ਦੇਣਗੇ। ਜੋ ਸੇਵਤ ਨਹਿ ਤਾਸ, ਜੋ ਕਹੀਏ ਜਿਹੜੇ ਤਾਸ ਕਹੀਏ ਤਿਸ ਗੁਰੂ ਦੀ ਸੇਵਤ ਕਹੀਏ, ਸੇਵਾ ਨਹਿ ਕਹੀਏ ਨਹੀਂ ਕਰਦੇ। ਜਿਹੜੇ ਤਾਸ ਕਹੀਏ ਤਿਸ ਜਾਂ ਉਸ ਗੁਰੂ ਦੀ ਸੇਵਾ ਨਹੀਂ ਨਾ ਕਰਦੇ, ਜੇ ਤੋਂ ਇੱਕ ਅੱਖਰ ਵੀ ਜਿਹਨੇ ਪੜ੍ਹਾਇਆ। ਹਾਂ ਪਾਏ ਜਨਮ 100 ਸਵਾਨ ਕੋ, ਉਹ ਮਨੁੱਖ ਜਨਮ ਤਾਂ ਜ਼ਰੂਰ ਪਾਉਂਦਾ, ਪਰ ਕਿਹੜਾ ਪਾਉਂਦਾ? 100 ਸਵਾਨ ਕੋ ਪਾਉਂਦਾ ਜਨਮ, 100 ਕਹੀਏ 100 ਜਨਮ, ਸਵਾਨ ਕੋ ਕਹੀਏ ਕੁੱਤੇ ਦਾ, ਪਾਏ ਕਹੀਏ ਪਾਉਂਦਾ ਅਤੇ ਪਾਉਣਾ ਕਰੇਗਾ। ਬਹੁਰ ਸੌਪਚ ਘਰ ਵਾਸ, ਬਹੁਰ ਕਹੀਏ ਫਿਰ ਜਦੋਂ ਉਹਦਾ ਜਨਮ ਹੋਊਗਾ, 100 ਜਨਮ ਕੁੱਤੇ ਦਾ ਪਾ ਕੇ ਫਿਰ ਜੋ ਜਨਮ ਲਊਗਾ। ਸੌਪਚ ਕਹੀਏ ਚੰਡਾਲਾਂ ਦੇ, ਸੌਪਚ ਨਾਮ ਸਵੈ ਪਚ, ਜੋ ਸਵੈ ਆਪਣੇ ਆਪ ਨੂੰ ਪਚ ਕਹੀਏ ਪਚਾਉਣ ਵਾਲੇ, ਮਾਰ ਕੇ ਖਾਣ ਵਾਲੇ, ਉਹ ਕੌਣ? ਚੰਡਾਲ। ਚੰਡਾਲਾਂ ਦੇ ਘਰ ਵਿੱਚ ਹੀ ਵਾਸ ਕਹੀਏ ਵਸਣਾ ਕਰੇਗਾ, ਅਤੇ ਵਾਸ ਕਹੀਏ ਵਸਦਾ। ਇਹ ਸੌਪਚ ਚੰਡਾਲਾਂ ਨੂੰ ਕਿਉਂ ਕਿਹਾ ਜਾਂਦਾ? ਕਿਉਂਕਿ ਚੰਡਾਲ ਕੁੱਤੇ ਨੂੰ ਖਾਂਦੇ। ਹਾਂਜੀ, ਆਪ ਕੁੱਤੇ ਨੂੰ ਖਾ ਲੈਂਦੇ ਆ, ਅਤੇ ਫਿਰ ਉਹ ਕੁੱਤਾ ਹੀ ਜਿਹੜਾ ਜਦੋਂ ਖਾਧਾ ਜਾਂਦਾ ਫਿਰ ਉਹ ਹੀ ਆਪਣੇ ਘਰ ਜਨਮ ਲੈ ਲੈਂਦਾ। ਮਤਲਬ ਅਸੀਂ ਆਪਣਾ ਹੀ ਜੀਅ ਖਾ ਲਿਆ। ਇਸ ਤਰ੍ਹਾਂ ਆਪਣੇ ਨੂੰ ਜੋ ਸਵੈ ਕਹੀਏ, ਆਪਣੇ ਨੂੰ ਪਾਚ ਕਹੀਏ ਖਾ ਕੇ ਪਚਾ ਲੈਣ ਵਾਲੇ, ਉਹ ਚੰਡਾਲ ਆ। ਇਸ ਤਰ੍ਹਾਂ ਫਿਰ ਬੌਰ ਕੇ ਜੋ ਜਨਮ ਹੋਏਗਾ, ਸੌਪਚ ਕਹੀਏ ਚੰਡਾਲਾਂ ਦੇ ਘਰ ਹੀ ਹੋਏਗਾ, ਚੰਡਾਲਾਂ ਘਰ ਹੀ ਵਾਸ ਹੋਏਗਾ। ਇਹ ਵੇਖ ਲਓ, ਇਹ ਤਾਂ ਇੱਕ ਅੱਖਰ ਸਿਖਾਉਣ ਵਾਲੇ ਗੁਰੂ ਦੀ ਜੋ ਸੇਵਾ ਨਹੀਂ ਕਰਦਾ ਉਹਦਾ ਫਲ ਦਰਸਾਇਆ। ਜੋ ਗੁਰੂ ਸਾਰੀ ਸੰਥਿਆ ਕਰਾਉਣਾ ਕਰਦੇ ਆ, ਜੋ ਉਸ ਗੁਰੂ ਤੋਂ ਬੇਮੁਖ ਰਹਿਣ ਵਾਲਾ ਵਿਦਿਆਰਥੀ ਹੈ, ਉਹਦਾ ਕੀ ਗੱਲ ਆਖ ਸਕਦੇ ਹਾਂ ਆਪਾਂ? ਉਹਦੀ ਗੱਲ ਹੀ ਕੀ ਕਹਿ ਸਕਦੇ ਹਾਂ? ਕੀ ਉਹ ਫਲ ਪਾਊਗਾ? ਕਿਉਂਕਿ ਕਲਯੁੱਗ ਦਾ ਸਮਾਂ ਇਹਦੇ ਵੇਖਿਆ ਜਾਂਦਾ, ਜਦੋਂ ਮਤਲਬ ਹੁੰਦਾ ਉਦੋਂ ਹੀ ਆਪਾਂ ਕਿਸੇ ਦੇ ਨਾਲ ਮੇਲ ਮਿਲਾਪ ਕਰਦੇ ਹਾਂ। ਜਦੋਂ ਆਪਾਂ ਗੁਣ ਲੈ ਲੈਂਦੇ ਫਿਰ ਆਪਾਂ ਉਹ ਤੋਂ ਦੂਰ ਹੋ ਜਾਂਦੇ। ਆਪਾਂ ਪੜ੍ਹ ਲੈ ਕੇ ਕਈ ਤਾਂ ਬੋਲਣਾ ਹੀ ਛੱਡ ਦਿੰਦੇ, ਫਿਰ ਤਾਂ ਕਹਾਉਂਦੇ ਨਹੀਂ, ਸ਼ਰਮ ਆਉਂਦੀ, ਪਹਿਲਾਂ ਢਹਿ ਡਿੱਗੀ ਜਾਣਾ। ਇਸ ਕਰਕੇ ਅਕਿਰਤ ਕਹਾਣੀ ਬਣਨੀ। ਇਹ ਕਿੱਡੀ ਵੱਡੀ ਗੱਲ ਪੰਡਿਤ ਹਰਦਿਆਲ ਜੀ ਨੇ ਲਿਖੀ ਹੈ, ਅਤੇ ਬਿਲਕੁਲ 16 ਆਨੇ 100% 100% ਸੱਚ ਹੈ, 20 ਵਿਸਵੇ ਸੱਚ ਹੈ। ਰੂਪ ਦਰਬ ਜੋ ਬਨ ਸਹਿਤ, ਭਾਵੇਂ ਕਿਸੇ ਮਨੁੱਖ ਦਾ ਬਹੁਤ ਸੁੰਦਰ ਰੂਪ ਹੋਵੇ ਅਤੇ ਉਸ ਕੋਲ ਬਹੁਤ ਸਾਰਾ ਦਰਬ ਕਈ ਧਨ ਹੋਵੇ, ਠੀਕ ਹੈ ਜੀ, ਅਤੇ ਜਵਾਨੀ ਦੇ ਸਹਿਤ ਹੋਵੇ। ਰੂਪ ਦਰਬ ਭਾਵ ਬਹੁਤ ਸੋਹਣਾ ਬੰਦੇ ਦਾ ਕਿਸੇ ਦਾ ਰੂਪ ਹੋਵੇ, ਰੰਗ ਰੂਪ ਭਾਵ ਸੁੰਦਰ ਸਰੂਪ ਵਾਲਾ ਹੋਵੇ। ਰੂਪ ਫਿਰ ਆਕਾਰ ਵੀ ਬੜਾ ਜਵਾਨ ਹੋਵੇ। ਦਰਬ ਫਿਰ ਉਹਦੇ ਕੋਲ ਬਹੁਤ ਸਾਰਾ ਧਨ ਹੋਵੇ। ਜੋਬਨ ਫਿਰ ਜੋਬਨ ਚੜ੍ਹਦੀ ਜਵਾਨੀ ਦੇ ਸਹਿਤ ਹੋਵੇ। ਸੁਕੁਲ, ਸੁਕਲ ਪਾਠ ਨਹੀਂ ਕਰਨਾ, ਸੁਕੁਲ ਕਰਨਾ। ਸੁਕੁਲ ਜਨਮ ਬਹੁਬੰਦ, ਫਿਰ ਉਹਦਾ ਸੁਕੁਲ ਕਹੀਏ ਸੋ ਨਾਮ ਸ੍ਰੇਸ਼ਟ ਦਾ, ਕੁਲ ਨਾਮ ਚੰਗੀ ਦਾ, ਕੁਲ ਨਾਮ ਕੁਲ ਦਾ,
ਚੰਗੀ ਕੁੱਲ ਸ੍ਰੇਸ਼ਟ ਕੁੱਲ ਵਿੱਚ ਜਨਮ ਕਹੀਏ ਜਨਮ ਹੋਇਆ ਹੋਵੇ, ਬਹੁ ਬੰਧ ਫਿਰ ਅਤੇ ਉਹਦੇ ਬਹੁਤ ਕਹੀਏ ਬਹੁਤੇ ਸਾਰੇ ਬੰਧ ਕਹੀਏ ਸੰਬੰਧੀ ਰਿਸ਼ਤੇਦਾਰ ਇਤਿਆਦਿਕ ਹੋਣ, ਬਹੁਤ ਉਹਦੇ ਬੰਧ ਰਿਸ਼ਤੇਦਾਰ ਸੰਬੰਧੀ ਪਿਆਰੇ ਹੋਣ। ਵਿਦਿਆ ਬਿਨ ਸੋਭਤ ਨਹੀਂ, ਪਰ ਉਹ ਮਨੁੱਖ ਵਿਦਿਆ ਤੋਂ ਬਿਨ ਕਹੀਏ ਬਗੈਰ ਸੋਭਤ ਕਹੀਏ ਸੋਭਦਾ ਨਹੀਂ, ਚੰਗਾ ਨਹੀਂ ਲੱਗਦਾ ਹੈ। ਜੇ ਇੰਨਾ ਕੁਝ ਹੋਵੇ, ਜੇ ਵਿਦਿਆ ਨਹੀਂ ਨਾ ਪੜ੍ਹਿਆ, ਵਿਦਿਆ ਬਿਨ ਸੋਭਦਾ ਨਹੀਂ ਆ। ਕਈ ਬੜੇ ਸੋਹਣੇ ਸੁਨੱਖੇ ਜਵਾਨ ਹੁੰਦੇ ਆ, ਸਾਰੇ ਚੰਗੇ ਘਰ ਜਨਮ ਲਏ ਹੁੰਦੇ, ਬੜੇ ਰਿਸ਼ਤੇਦਾਰੀ ਹੁੰਦੀ, ਜਵਾਨੀ ਹੁੰਦੀ, ਪੈਸਾ ਹੁੰਦਾ, ਪਰ ਕਹਿੰਦੇ ਕੀ ਹੋਇਆ, ਕਹਿੰਦੇ ਅਨਪੜ੍ਹ ਹੀ ਰਹਿ ਗਿਆ। ਵਿਦਿਆ ਤੋਂ ਬਿਨਾਂ ਨਹੀਂ ਮਨੁੱਖ ਸੋਭਦਾ। ਜਿਉਂ ਕੇਸੂ ਬਿਨ ਗੰਧ, ਜਿਉਂ ਕਹੀਏ ਜਿਵੇਂ ਕੇਸੂ ਕਹੀਏ ਢੱਕ ਅਤੇ ਸ਼ਿਸ਼ਰਾ, ਇਹ ਢੱਕ ਬਲਾਸ ਜਾਂ ਸ਼ਿਸ਼ਰਾ ਕਹਿੰਦੇ। ਸ਼ਿਸ਼ਰੇ ਦੇ ਜਿਹੜੇ ਫੁੱਲ ਹਨ, ਕੇਸੂ ਨਾਮ ਢਾਕ ਦਾ, ਢਾਕ ਬਲਾਸ ਜਾਂ ਸ਼ਿਸ਼ਰੇ ਦਾ। ਜਿਵੇਂ ਸ਼ਿਸ਼ਰੇ ਦੇ ਫੁੱਲ ਦੇਖਣ ਨੂੰ ਤੇ ਵੇਖੋ ਕਿੱਡੇ ਸੁੰਦਰ ਲੱਗਦੇ, ਬਹੁਤ ਸੋਹਣੇ ਲੱਗਦੇ, ਪਰ ਬਿਨ ਗੰਧ, ਬਿਨਾਂ ਉਹ ਬਗੈਰ ਗੰਧ ਕਈ ਸੁਗੰਧੀ ਦੇ ਹੁੰਦੇ। ਅਤੇ ਸੁਗੰਧੀ ਤੋਂ ਬਿਨਾਂ ਹੋਣ ਕਰਕੇ ਵੇਖੋ ਨਾ ਤਾਂ ਉਹਨਾਂ ਦਾ ਕਿਸੇ ਅਤਰ ਵਿੱਚ ਉਹ ਕੰਮ ਆਉਂਦੇ ਆ, ਨਾ ਉਹਨਾਂ ਵਿੱਚ ਕੋਈ ਅਰਗ ਹੀ ਕੱਢਿਆ ਜਾਂਦਾ, ਨਾ ਅਰਗ ਕੱਢਣ ਦੇ ਕੰਮ ਆਉਂਦੇ। ਜਿਵੇਂ ਕੇਸੂ ਦਾ ਫੁੱਲ ਸੁਗੰਧੀ ਤੋਂ ਬਿਨਾਂ ਚੰਗਾ ਨਹੀਂ ਲੱਗਦਾ, ਵੇਖਣ 'ਚ ਸੋਹਣਾ ਲੱਗੀ ਜਾਂਦਾ ਹੈ, ਪਰ ਉਹਦੇ ਵਿੱਚ ਹੈ ਕੋਈ ਫਲ ਨਹੀਂ। ਤਿਵੇਂ ਮਨੁੱਖ ਵਿਦਿਆ ਤੋਂ ਬਿਨਾਂ ਸੋਭਾ ਨਹੀਂ ਪਾਉਂਦਾ। ਇਹ ਗੱਲ ਇੱਥੇ ਕਹਿ ਰਹੇ। ਅਲੰਕਾਰ ਪਟ ਭੇਖ ਬਿਨ ਯਦਬ ਹੋਏ ਕਰੂਪ। ਹੁਣ ਕਿ ਵਿਦਵਾਨ ਹੋਵੇ ਅਤੇ ਪਰ ਉਹਦਾ ਰੂਪ ਰੰਗ ਨਾ ਐਡਾ ਹੋਵੇ, ਕੁਝ ਨਾ ਦੂ ਹੋਵੇ, ਫਿਰ ਵੀ ਉਹ ਸੋਭਦਾ। ਇਹ ਗੱਲ ਕਰ ਰਹੇ। ਅਲੰਕਾਰ ਪਟ ਭੇਖ ਕਹਿੰਦੇ ਆ ਕਿ ਜਿਹੜਾ ਵਿਦਿਆ ਵਾਲਾ ਪੁਰਸ਼ ਆ, ਜਿਹਨੇ ਵਿਦਿਆ ਬੜੀ ਪੜ੍ਹੀ ਆ ਅਤੇ ਵਿਦਿਆ ਪ੍ਰਾਪਤ ਕਰਨ ਵਾਲਾ ਮਨੁੱਖ ਜਿਹੜਾ ਅਲੰਕਾਰ ਕਹੀਏ ਗਹਿਣੇ, ਪਾਟ ਕਹੀਏ ਸੁੰਦਰ ਵਸਤਰ ਰੇਸ਼ਮ ਦੇ, ਇਹਨਾਂ ਤੋਂ ਇਹ ਅਤੇ ਫਿਰ ਜਿਹੜਾ ਭੇਖ ਵੀ ਚੰਗਾ ਨਾ ਹੋਵੇ, ਭੇਖ ਤੋਂ ਵੀ ਬਿਨਾਂ ਹੋਵੇ। ਹਾਂਜੀ, ਅਤੇ ਜਿਵੇਂ ਹੁਣ ਸੰਤ ਮਹਾਤਮਾ ਉਹਨਾਂ ਦੇ ਭੇਖ ਹੁੰਦੇ ਨਾ, ਚਿੱਟੇ ਵਸਤਰ, ਚਿੱਟੀ ਦਸਤਾਰ, ਸੋਹਣਾ ਜੋੜਾ ਚਮੜੇ ਦਾ। ਇਸ ਤਰ੍ਹਾਂ ਵੀ ਵਿਦਿਆ ਪ੍ਰਾਪਤ ਕਰਨ ਵਾਲਾ ਮਨੁੱਖ ਭਾਵੇਂ ਅਲੰਕਾਰ ਗਹਿਣਿਆਂ ਤੋਂ ਬਿਨਾਂ, ਪਟ ਵਸਤਰਾਂ ਸੋਹਣਿਆਂ ਤੋਂ ਬਿਨਾਂ, ਮਹਾਤਮਾ ਵਾਲਾ ਭੇਖ ਵੀ ਨਹੀਂ, ਇਹ ਤੋਂ ਵੀ ਬਿਨਾਂ ਆ, ਯਦਪ ਹੋਏ ਕਰੂਪ ਅਤੇ ਖੋਟੇ ਰੂਪ ਵਾਲਾ, ਐਡਾ ਜਵਾਨ ਕੁਰੂਪ, ਰੂਪ ਨਾਮ ਆਕਾਰ ਦਾ ਵੀ ਹੁੰਦਾ, ਤਾਂ ਕਹਿ ਰਹੇ ਬਾਰ ਬਾਰ ਵੀ ਉਹਦਾ ਖੋਟਾ ਰੂਪ, ਖੋਟਾ ਆਕਾਰ ਭਾਵ ਮਦਰਾ ਜਿਹਾ ਹੀ ਹੋਵੇ, ਅਤੇ ਫਿਰ ਰੂਪ ਵੀ ਖੋਟੇ ਰੂਪ ਵਾਲਾ, ਚਿੱਟਾ ਚੁੱਟਾ ਨਾ ਹੋਵੇ, ਕਾਲੇ ਜਿਹੇ ਰੂਪ ਵਾਲਾ ਹੀ ਹੋਵੇ, ਭੈੜਾ ਜਿਹਾ ਕਰੂਪਾ ਜਿਹਾ ਹੋਵੇ। ਜਾਂ ਕਰੂਪ ਕਹੀਏ ਸਰੀਰ ਦੇ ਮੁੱਖ 'ਤੇ ਵੀ ਦਾਗ ਦੂਗ ਪਏ ਹੋਣ, ਜਿਵੇਂ ਅਸ਼ਟਾਵਕਰ ਨੂੰ 8 ਵੱਲ ਪੈਂਦੇ ਸੀ, ਸਰੀਰ ਦਾ ਵੀ ਹੈ ਕਰੂਪੜਾ ਜਿਹਾ ਹੋਵੇ, ਭੈੜੇ ਜੇ ਕੋਝੇ ਜਿਹੇ ਰੂਪ ਵਾਲਾ ਹੋਏ ਕਹੀਏ ਹੋਵੇ। ਸੋਭਨ ਸੰਤਨ ਸਭਾ ਥਿਤ, ਪਰ ਉਹ ਮਨੁੱਖ ਜਿਹੜਾ ਆ ਵਿਦਿਆ ਵਿਦਵਾਨ ਆਦਮੀ, ਉਪਮਾ ਉਹ ਨਾ ਸੋਭਤ ਸੰਤਨ ਸਭਾ ਥਿਤ, ਉਹ ਸੰਤਨ ਕਹੀਏ ਮਹਾਤਮਾ ਵਿਦਿਆਵਾਨ ਪੁਰਖ, ਵਿਦਵਾਨ ਪੁਰਖਾਂ ਦੀ ਸਭਾ ਦੇ ਵਿੱਚ ਥਿਤ ਕਹੀਏ ਸਥਿਤ ਹੋ ਕੇ ਸੋਭਤ ਕਹੀਏ ਸੋਭਦਾ ਹੈ। ਕਿਹੜਾ? ਜਨ ਵਿਦਵਾਨ ਅਨੂਪ, ਜਿਹੜਾ ਜਨ ਵਿਦਵਾਨ ਆ ਅਤੇ ਅਨੂਪ ਕਹੀਏ ਉਪਮਾ ਤੋਂ ਰਹਿਤ ਆ। ਉਹ ਅਨੂਪ ਕਹੀਏ ਉਪਮਾ ਤੋਂ ਰਹਿਤ ਆ, ਅਦਭੁਤ ਆ। ਅਨੂਪ ਕਹੀਏ ਅਨੋਖਾ ਆ, ਅਨੂਪ ਕਹੀਏ ਅਚਰਜ ਆ। ਉਹ ਵਿਦਵਾਨ ਜਨ ਅਤੇ ਸੰਤਾਂ ਦੀ ਸਭਾ ਵਿੱਚ ਸਥਿਤ ਹੋ ਕੇ ਸੋਭਦਾ ਹੈ, ਭਾਵੇਂ ਉਹ ਗਹਿਣਿਆਂ ਤੋਂ ਬਿਨਾਂ, ਵਸਤਰਾਂ ਤੋਂ ਬਿਨਾਂ, ਭੇਖ ਤੋਂ ਬਿਨਾਂ ਹੋਵੇ, ਭਾਵੇਂ ਉਹ ਕਾਲਾ ਹੋਵੇ, ਮਦਰਾ ਹੋਵੇ, ਕਿਸ ਤਰ੍ਹਾਂ ਦੇ ਰੂਪ ਵਾਲਾ ਹੋਵੇ, ਜੋ ਵਿਦਵਾਨ ਹੈ ਤਾਂ ਉਹ ਸੋਭਦਾ ਹੈ, ਚੰਗਾ ਲੱਗਦਾ ਹੈ। ਸੋਰਠਾ ਸ਼ਬਦ ਸ਼ਾਸਤਰ ਕੋ ਤਿਆਗ। ਹੁਣ ਅੱਗੇ ਵਿਦਿਆ ਦਾ ਨਿਯਮ ਕਥਨ ਕਰਦੇ ਦੋਹਰੇ ਵਿੱਚ। ਸੋਰਠੇ ਵਿੱਚ ਸ਼ਬਦ ਸ਼ਾਸਤਰ ਕੋ ਤਿਆਗ। ਜੇਕਰ ਕੋਈ ਮਨੁੱਖ
ਸ਼ਬਦ, ਹਾਂਜੀ, ਤੇ ਸ਼ਾਸਤਰ ਕਹੀਏ ਵਿਆਕਰਨ ਗ੍ਰੰਥਾਂ ਨੂੰ ਕੋ ਤਿਆਗ, ਕੋ ਕਹੀਏ ਨੂੰ, ਤਿਆਗ ਕਹੀਏ ਛੱਡ ਕਰਕੇ, ਹਾਂਜੀ, ਤੇ ਚਾਹੇ ਅਧਿਐਨਾ ਪਰ ਨਿਗਮ, ਅਤੇ ਉਹ ਕੀ ਕਰੇ, ਪਰ ਕਹੀਏ ਵਿਸ਼ੇਸ਼ ਕਰਕੇ ਨਿਗਮ, ਵੇਦਾਂ ਦਾ ਅਧਿਐਨਾ ਕਹੀਏ ਅਧਿਐਨ ਕਰਨਾ, ਚਾਹੇ ਕਹੀਏ ਚਾਹੇ ਪੜ੍ਹਨਾ ਚਾਹੇ, ਤਾਂ ਉਹਦਾ ਜਿਹੜਾ ਇਹ ਯਤਨ ਆ ਨਿਸਫਲ ਆ, ਸ਼ਬਦਾਂ ਨੂੰ ਛੱਡ ਕੇ, ਹਾਂਜੀ, ਸ਼ਾਸਤਰ ਵਿਆਕਰਨ ਨੂੰ ਛੱਡ ਕੇ, ਸਾਰਸਵਤ ਚੰਦਰਕਾ ਲਘੂ ਕੌਮਦੀ, ਹਾਂਜੀ, ਅਤੇ ਹੋਰ ਇਤਿਆਦਿਕ ਜਿਹੜੀ ਵਿਆਕਰਨ ਆ, ਸ਼ਬਦਾਂ ਨੂੰ ਛੱਡ ਕੇ, ਛੋਟਿਆਂ ਨੂੰ ਸ਼ਾਸਤਰਾਂ, ਛੋਟੇ ਸ਼ਾਸਤਰਾਂ ਨੂੰ ਛੱਡ ਕੇ, ਸ਼ਾਸਤਰ ਪੜ੍ਹਿਆ ਨਾ ਹੋਵੇ, ਕੋਈ ਛੋਟੇ ਗ੍ਰੰਥ ਪੜ੍ਹੇ ਨਾ ਹੋਵੇ, ਫਿਰ ਵਿਆਕਰਨ ਨਾ ਪੜ੍ਹਿਆ ਹੋਵੇ, ਉਹਨੂੰ ਤਿਆਗ ਕੇ, ਚਾਹੇ ਅਧਿਐਨਾ ਪਰ ਨਿਗਮ, ਅਤੇ ਪਰ ਕਹੀਏ ਵਿਸ਼ੇਸ਼ ਕਰਕੇ, ਨਿਗਮ ਕਹੀਏ ਵੇਦਾਂ ਨੂੰ, ਅਧਿਐਨ ਕਹੀਏ ਅਧਿਐਨ ਕਰਨਾ, ਚਾਹੇ ਪੜ੍ਹਨਾ ਚਾਹੀਦਾ, ਅਭਿਆਸ ਕਰਨਾ ਚਾਹੇ। ਨਿਗਮ ਦਾ ਅਰਥ ਹੁੰਦਾ ਵੇਦ, ਠਾਡਾ ਬ੍ਰਹਮਾ ਨਿਗਮ ਵਿਚਾਰ, ਗੁਰਬਾਣੀ 'ਚ ਆਉਂਦਾ ਨਿਗਮ ਭਾਵ ਬ੍ਰਹਮਾ ਖੜਾ ਚਾਰ ਵੇਦ ਉਚਾਰਦਾ, ਸੋ ਪਾਗ ਗਿਨ ਤਿਹ ਨਾਗ, ਕਹਿੰਦੇ ਸੋ ਉਸ ਦੇ ਇਹ ਪਰ ਯਤਨ ਨੂੰ ਤੇ ਇਸ ਤਰ੍ਹਾਂ ਜਾਣ ਲਓ ਕਿ ਤਿਹ ਨਾਗ, ਉਸ ਨਾਗ ਕਹੀਏ ਸੱਪ ਦੇ, ਪੱਗ ਕਹੀਏ ਪੈਰਾਂ ਦੇ ਸਮਾਨ, ਗਿਣ ਕਹੀਏ ਗਿਣਨਾ ਜਾਣਨਾ ਕਰੋ, ਜਿਹੜਾ ਸੱਪ ਨਿਸ ਤਮ ਜਲ ਮੋਹ ਚਿਰ ਰਮਿਓ, ਜਿਹੜਾ ਸੱਪ ਨਿਸ ਕਹੀਏ ਰਾਤ ਦੇ, ਤਮ ਕਹੀਏ ਹਨੇਰੇ ਵਿੱਚ, ਜਲ ਕਹੀਏ ਪਾਣੀ, ਮੋਹ ਕਹੀਏ ਵਿੱਚ, ਰਾਤ ਦੇ ਹਨੇਰੇ ਵਿੱਚ, ਪਾਣੀ ਮੋਹ ਕਹੀਏ ਵਿੱਚੋਂ, ਪਾਣੀ ਵਿੱਚੋਂ, ਚਿਰ ਕਹੀਏ ਬਹੁਤ ਸਮੇਂ ਦਾ, ਰਾਤ ਦਾ ਹੀ ਰਮਿਓ ਕਿ ਲੰਘ ਗਿਆ, ਭਾਵ ਕਿ ਸੱਪ ਦਾ ਰਾਤ ਪਾਣੀ ਦੇ ਵਿੱਚੋਂ ਚਿਰਾਂ ਦਾ ਲੰਘ ਗਿਆ, ਅਤੇ ਕੋਈ ਸਵੇਰੇ ਉੱਠ ਕੇ ਆਖੇ ਕਿ ਆਹ ਦੇਖੋ ਪਾਣੀ ਵਿੱਚ ਸੱਪ ਦੀ ਪੈੜ ਪਈ ਹੋਈ ਹੈ, ਅਸੀਂ ਇਸ ਪੈੜ ਦਾ ਪਿੱਛਾ ਕਰਕੇ ਸੱਪ ਨੂੰ ਪਕੜ ਲਵਾਂਗੇ, ਅਤੇ ਇਹ ਜਿਹੜਾ ਯਤਨ ਆ ਇਹ ਝੂਠਾ ਹੀ, ਸੱਪ ਰਾਤ ਦਾ ਲੰਘਿਆ, ਵੇਖ ਕੇ ਸਵੇਰੇ ਦੱਸਣ ਨੇ ਸੱਪ ਲੰਘਿਆ ਜੀ, ਅਤੇ ਆਪਦੀ ਪੈੜ, ਪਹਿਲੀ ਗੱਲ ਪਾਣੀ 'ਚ ਪੈੜ ਹੀ ਨਹੀਂ ਪੈਂਦੀ, ਤਿਵੇਂ ਵਿਆਕਰਨ ਪਿੰਗਲ ਆਦਿ ਨੂੰ ਪੜ੍ਹਿਆ ਨਾ ਹੋਵੇ, ਛੋਟੇ ਸ਼ਾਸਤਰ ਨਾ ਪੜ੍ਹਿਆ ਹੋਵੇ, ਸ਼ਬਦਾਂ ਦਾ ਕੋਈ ਅਭਿਆਸ ਨਾ ਹੋਵੇ, ਹੈਂ, ਛੋਟੇ ਸ਼ਾਸਤਰਾਂ ਨੂੰ ਛੱਡ ਕੇ ਵੇਦਾਂ ਨੂੰ ਪੜ੍ਹਨ ਦਾ ਜਿਹੜਾ ਯਤਨ ਕਰਦਾ, ਉਹ ਤਾਂ ਨਿਰਯਤਨ ਹੀ ਆ, ਉਹਦਾ ਐਵੇਂ ਹੀ ਨਿਸਫਲ ਵਿਅਰਥੀ ਆ, ਉਹਦੀ ਤਾਂ ਉਹ ਹਾਲਤ ਆ, ਆਪਾਂ ਦ੍ਰਿਸ਼ਟਾਂਤ ਦਿੱਤਾ, ਸੋ ਪੱਗ ਗਿਣ ਤਿਹ ਨਾਗ, ਕਹਿੰਦੇ ਤਿਹ ਕਈ ਉਸ ਨਾਗ ਦੇ, ਉਹ ਪੱਗ ਕਹੀਏ ਪੈਰ ਗਿਣ ਰਿਹਾ ਵਾ, ਜਿਹੜਾ ਨਿਸ ਤਮ ਜਲ ਮੋਹ ਚਿਰ ਰਮਿਓ, ਜਿਹੜਾ ਰਾਤ ਦੇ ਤਮ ਕਹੀਏ ਹਨੇਰੇ ਦੇ ਵਿੱਚ, ਅਤੇ ਜਲ ਮੋਹ ਜਲ ਵਿੱਚੋਂ ਦੀ ਬਹੁਤੇ ਸਮੇਂ ਦਾ ਰਮਿਓ ਕਿ ਲੰਘ ਗਿਆ, ਉਹਦੇ ਪੈਰ ਗਿਣਨ ਵਾਲੀ ਗੱਲ ਆ ਕਿ ਮੂਰਖਾ, ਪਹਿਲੀ ਗੱਲ ਪਾਣੀ ਵਿੱਚ ਤਾਂ ਪਤਾ ਹੀ ਨਹੀਂ ਲੱਗਦਾ, ਪਾਣੀ ਵਿੱਚ ਸੱਪ ਦੀ ਪੈੜ ਹੀ ਨਹੀਂ ਪੈਂਦੀ, ਪਤਾ ਕਿਵੇਂ ਲੱਗੇ, ਅਤੇ ਫਿਰ ਵੀ ਉਹਨੂੰ ਕਹਿਣਾ ਵੀ ਮੈਂ ਲੱਭ ਲਵਾਂਗਾ, ਇਹ ਤਾਂ ਨਿਰਯਤਨ ਆ, ਪਰ ਯਤਨ ਉਹਦਾ ਇਹ ਯਤਨ ਨਿਸਫਲ ਆ, ਵਿਅਰਥ ਆ, ਕੋਈ ਫਾਇਦਾ ਨਹੀਂ ਹੈ। ਦੋਹਰਾ ਵਿਖ ਵਿਦਿਆ ਅਭਿਆਸ ਬਿਨ, ਹੁਣ ਅਭਿਆਸ ਤੋਂ ਬਿਨਾਂ ਵਿਦਿਆ ਦੀ ਕੀ ਗੱਲ ਹੈ ਉਹ ਦੱਸ ਰਹੇ, ਕਹਿੰਦੇ ਅਭਿਆਸ ਕੀਤੇ ਤੋਂ ਜਿਹੜੀ ਪੁਣਾ ਅਭਿਆਸ ਕਰੀਦਾ ਨਾ ਵਿਦਿਆ ਦਾ, ਬਾਰ ਬਾਰ ਜਿਵੇਂ ਆਪਾਂ ਕਿ ਸੰਥਿਆ ਕਰਕੇ ਉਹਨੂੰ ਪੜ੍ਹੀਏ, ਵਿਚਾਰੀਏ, ਇਹਦਾ ਅਧਿਐਨ ਕਰੀਏ, ਇਸ ਤਰ੍ਹਾਂ ਅਭਿਆਸ ਪੁਣਾ ਵਿਚਾਰਨ ਤੋਂ ਬਿਨਾਂ, ਅਧਿਐਨ ਕੀਤੇ ਤੋਂ ਬਿਨਾਂ ਜਿਹੜੀ ਪੜ੍ਹੀ ਹੋਈ ਵਿਦਿਆ ਵੀ ਵਿਖ ਕਹੀਏ ਜ਼ਹਿਰ ਰੂਪ ਹੋ ਜਾਂਦੀ, ਅਤੇ ਇਸ ਤਰ੍ਹਾਂ ਭੋਜਨ ਗਰਲ ਅਗਾਏ, ਜਿਸ ਪ੍ਰਕਾਰ ਅਗਾਏ ਕਹੀਏ ਰੱਜ ਜਾਣ ਤੋਂ ਬਾਅਦ ਹੋਰ ਭੋਜਨ ਖਾਣਾ ਗਰਲ ਕਹੀਏ ਜ਼ਹਿਰ ਰੂਪ ਹੋ ਜਾਂਦਾ, ਜੇਕਰ ਮੰਨ ਲਓ ਸਾਡਾ ਪੇਟ ਭਰ ਗਿਆ, ਭੋਜਨ ਖਾ ਲਿਆ, ਫਿਰ ਹੋਰ ਜ਼ਿਆਦਾ ਦੁੱਗਣਾ ਖਾ ਲਿਆ, ਅਤੇ ਉਸ ਨੂੰ ਮੈਦਾ ਹਜ਼ਮ ਨਹੀਂ ਕਰਦਾ, ਫਿਰ ਉਹ ਜ਼ਹਿਰ ਰੂਪ ਹੋ ਜਾਂਦਾ, ਅਤੇ ਪਲਟੀਆਂ ਬਣ ਕੇ ਬਾਹਰ ਆਉਣ, ਤਿਵੇਂ ਵਿਦਿਆ ਅਭਿਆਸ ਤੋਂ ਬਿਨਾਂ ਜ਼ਹਿਰ ਰੂਪ ਹੋ ਜਾਂਦੀ।
ਵੇਖ ਵਿਦਿਆ ਅਭਿਆਸ ਪਿੰਡ ਜਿਵੇਂ ਸੰਥਿਆ ਕੀਤੀ ਆ, ਜੇ ਇਹਨੂੰ ਆਪਾਂ ਪੜ੍ਹਾਂਗੇ ਨਹੀਂ, ਰੋਜ਼ ਦੀ ਰੋਜ਼ ਅੱਗੇ ਤੋਂ ਅੱਗੇ ਪੜ੍ਹੀ ਜਾਈਏ ਤੇ ਉਹ ਅਭਿਆਸ ਤੋਂ ਬਿਨਾਂ ਜਿਹੜੀ ਵਿਦਿਆ ਜ਼ਹਿਰ ਹੋ ਜਾਂਦੀ। ਜਿਵੇਂ ਆਪਾਂ ਰੋਟੀ ਖਾਧੀ, ਜੇ ਉਹਨੂੰ ਪਹਿਲੀ ਨੂੰ ਪਚਾਈਏ ਨਾ ਤੇ ਹੋਰ ਖਾਈ ਜਾਈਏ, ਪਹਿਲੀ ਖਾਧੀ ਵੀ ਬਾਹਰ ਤੇ ਦੂਜੀ ਜਿਹੜੀ ਖਾਧੀ ਉੱਪਰ ਉਹਦੇ ਆਉਣੀ। ਇਸ ਤਰ੍ਹਾਂ ਵਿਦਿਆ ਜਿਹੜੀ ਪਹਿਲੀ ਪੜ੍ਹੀ ਉਹ ਵੀ ਨਸ਼ਟ ਅਭਿਆਸ ਤੋਂ ਬਿਨਾਂ, ਜਿਹੜੀ ਆਪਾਂ ਹੋਰ ਪੜ੍ਹ ਰਹੇ ਹਾਂ ਤੇ ਉਹ ਵੀ ਨਸ਼ਟ। ਇਹ ਜ਼ਹਿਰ ਰੂਪ ਹੋ ਜਾਂਦੀ ਹੈ ਅਭਿਆਸ ਤੋਂ ਬਿਨਾਂ। ਜਿਵੇਂ ਭੋਜਨ ਬਹੁਤਾ ਰੱਜ ਕੇ ਖਾਧਾ, ਹੱਦ ਤੋਂ ਵੱਧ ਖਾ ਲਿਆ, ਜਿੰਨੀ ਲੋੜ ਤੋਂ ਵੱਧ ਖਾ ਲਿਆ ਤੇ ਗਰਲ ਕਹੀਏ ਜ਼ਹਿਰ ਹੋ ਜਾਂਦਾ ਤੇ ਉਹ ਪਲਟੀਆਂ ਬਣ ਕੇ ਬਾਹਰ ਆਉਂਦਾ। ਸੁਭ ਕੋ ਸੰਗ ਦਰਿਦਰ ਵੇਖ, ਇਸੇ ਹੀ ਦੋਰੇ ਦੇ ਪ੍ਰਕਰਨ ਨੂੰ ਹੋਰ ਸਪਸ਼ਟ ਕਰਦੇ ਦ੍ਰਿਸ਼ਟਾਂਤ ਦੇ ਘੋਰ ਦੇ ਰਹੇ ਆ। ਸੁਭ ਕੋ ਸੰਗ ਦਰਿਦਰ ਵੇਖ, ਸੁਭ ਕੋ ਸੰਗ ਭਾਵ ਭਲੇ ਕੋ ਦਾ ਅਰਥ ਕਰਨਾ ਨੂੰ, ਸੁਭ ਜਿਹੜਾ ਚੰਗਾ ਹੈ ਨਾ ਮਨੁੱਖ, ਉਹਨੂੰ ਜਿਹੜਾ ਸੰਗ ਆ ਨਾ, ਸਾਥ ਆ ਕਿਹਦਾ, ਦਰਿਦਰ ਹੀ ਆਲਸੀ ਆਦਮੀ ਦਾ, ਉਹ ਵੇਖ ਕਹੀਏ ਜ਼ਹਿਰ ਰੂਪ। ਕਿਉਂਕਿ ਜਿਹੜੇ ਭਲੇ ਮਨੁੱਖ ਆ ਉਹਨੇ ਤੇ ਉਦਮ ਕਰਕੇ ਵਿਦਿਆ ਤੇ ਕੋਈ ਵੀ ਕੰਮ ਕਰਨਾ ਹੁੰਦਾ ਤੇ ਵਿਦਿਆ ਪੜ੍ਹਨੀ ਹੁੰਦੀ। ਹੁਣ ਜਿਹੜਾ ਦਲਿੱਦਰ ਹੀ ਉਹਨੇ ਤਾਂ ਸੁੱਤੇ ਹੀ ਰਹਿਣਾ ਹੁੰਦਾ ਤੇ ਉਹਦਾ ਜੇ ਸੰਗ ਮਿਲ ਜੇ, ਜੇ ਉਹ ਲਾਗੇ ਲੰਮੇ ਪਿਆ ਤੇ ਉਹ ਉਦਮੀ ਨੂੰ ਵੀ ਕਹਿਣਾ ਚੱਲ ਇਹ ਪਿਆ ਮੈਂ ਵੀ ਥੋੜ੍ਹਾ ਪੈ ਲਵਾਂ। ਜੇ ਹੁਣ ਉਹ ਉੱਠ ਪਵੇ ਤਾਂ ਉਦਮੀ ਹੋਰ ਉੱਠੇ ਛੇਤੀ ਵੀ ਇਸ ਤੋਂ ਪਹਿਲਾਂ ਮੈਂ ਉੱਠਣਾ। ਜੇ ਦਰਿਦਰੀ ਲਾਗੇ ਪਿਆ ਤੇ ਕਹਿਣਾ ਚੱਲ ਮੈਂ ਵੀ ਆਰਾਮ ਕਰ ਹੀ ਲਵਾਂ, ਠੰਡ ਬਹੁਤ। ਜਿਵੇਂ ਚੰਗੇ ਬੰਦੇ ਨੂੰ ਦਲਿਦਰੀ ਆਲਸੀ ਮਨੁੱਖ ਦਾ ਸੰਗ ਸਾਥ ਵੇਖ ਕੇ ਜ਼ਹਿਰ ਰੂਪ ਹੋ ਜਾਂਦਾ। ਬ੍ਰਿਧ ਨਾਰ ਵਿਕ ਗਾਏ, ਫਿਰ ਬ੍ਰਿਧ ਨਾਰ, ਬ੍ਰਿਧ ਕਹੀਏ ਬੁੱਢੀ ਵੱਡੀ ਉਮਰ ਦੀ ਨਾਰ ਜਿਹੜੀ ਇਸਤਰੀ ਆ, ਉਹਦਾ ਵਿਆਹ ਆਦਿ ਦੇ ਜਿਹੜੇ ਮੌਕੇ 'ਤੇ ਗਾਏ ਕਹੀਏ ਗਾਉਣਾ ਵੀ ਜਿਹੜਾ ਵਿਖ ਕਹੀਏ ਜ਼ਹਿਰ ਰੂਪ ਹੁੰਦਾ। ਹੁਣ ਵੱਡੀ ਵਡੇਰੀ ਉਮਰ ਕਰਕੇ ਉਹਦਾ ਗਾਉਣਾ ਬੇਸੁਰਾ ਹੋ ਜਾਂਦਾ। ਇਸ ਕਰਕੇ ਅਭਿਆਸ ਤੋਂ ਬਿਨਾਂ ਵਿਦਿਆ ਵੀ ਜ਼ਹਿਰ ਰੂਪ ਹੋ ਜਾਂਦੀ। ਠੀਕ ਹੈ ਜੀ। ਇਹਦਾ ਕਹਿਣ ਦਾ ਮਤਲਬ ਇਹ ਵੀ ਅਭਿਆਸ ਤੋਂ ਬਿਨਾਂ ਵਿਦਿਆ ਜਿਹੜੀ ਉਹਦਾ ਅਸਰ ਨਹੀਂ ਹੁੰਦਾ। ਅਭਿਆਸ ਕੀਤਾ ਹੋਵੇ ਤਾਂ ਪਿਛਲੀ ਵਿਦਿਆ ਕੰਠ ਹੋ ਜਾਂਦੀ ਅਤੇ ਅਗਲੀ ਪੜ੍ਹੀ ਵੀ ਸਫਲ ਹੁੰਦੀ। ਜੇ ਆਪਾਂ ਪਿਛਲੀ ਨਹੀਂ ਪਕਾਈ ਅੱਗੇ ਹੋਰ ਪੜ੍ਹੀ ਜਾਂਦੇ ਹਾਂ, ਅਗਲੀ ਪਿਛਲੀ ਜ਼ਹਿਰ ਹੀ ਆ ਨਾ, ਜਦੋਂ ਕੁਛ ਪੱਲੇ ਨਹੀਂ ਪੈਣਾ, ਕੁਛ ਸਮਝ ਨਹੀਂ ਆਉਣੀ। ਬ੍ਰਿਧ ਨਾਰ ਬਿਖ ਗਾਏ, ਵੱਡੀ ਬਜ਼ੁਰਗ ਜਿਹੜੀ ਇਸਤਰੀ ਨਾਰ ਕੇ ਇਸਤਰੀ ਮਾਈ ਆ, ਉਹਦਾ ਜਿਹੜਾ ਗਾਇਕ ਇਹ ਗਾਉਣਾ ਨਾ ਉਹ ਵੀ ਬਿਖ ਕਹੀਏ ਜ਼ਹਿਰ ਹੀ ਆ। ਕਿਉਂਕਿ ਉਹਦਾ ਗਲਾ ਉਦੋਂ ਕੰਮ ਨਹੀਂ ਕਰਦਾ ਅਤੇ ਗਲੇ ਤੋਂ ਬਿਨਾਂ ਗਾਉਣਾ ਗਾਉਣਾ ਜਿਹੜਾ ਜ਼ਹਿਰ ਹੀ ਆ, ਬੇਸੁਰਾ ਹੁੰਦਾ, ਉਹਦਾ ਕੋਈ ਫਾਇਦਾ ਨਹੀਂ। ਅਤੇ ਮਿਹਨਤ ਬਿਨਾਂ ਪੜ੍ਹਾਈ ਕਿਸ ਅਰਥ, ਭਰੇ ਪੇਟ 'ਤੇ ਖਾਣਾ ਹਾਜ਼ਮਾ ਖਰਾਬ ਹੋ ਜਾਂਦਾ। ਉਦਮੀ ਮਨੁੱਖ ਨੂੰ ਦਲਿਦਰੀ ਦਾ ਸੰਗ ਦੁੱਖ ਰੂਪ ਹੁੰਦਾ। ਬਜ਼ੁਰਗ ਔਰਤ ਦਾ ਗਾਣਾ ਗਾਉਣਾ ਸੁਰ ਭੰਗ ਹੋ ਜਾਂਦੀ, ਕੋਈ ਕੰਮ ਨਹੀਂ ਹੈ। ਇਸ ਕਰਕੇ ਵਿਦਿਆ ਦਾ ਅਭਿਆਸ ਕਰਨਾ, ਇੱਕ ਵਿਦਿਆ ਵਾਸਤੇ ਦੇਖੋ 3 ਪ੍ਰਮਾਣ ਦਿੱਤੇ ਆ ਇਸ ਦੋਹਰੇ ਵਿੱਚ ਪੰਡਿਤ ਹਰਦਿਆਲ ਜੀ ਨੇ। ਅੱਗੇ ਹੋਰ ਉਚਾਰ ਰਹੇ ਹਨ, ਦੋਹਰਾ ਮਾਤਾ ਵਤ ਰੱਖਿਆ ਕਰੇ। ਹੁਣ ਵਿਦਿਆ ਕੀ ਕਰਦੀ ਹੈ, ਪੜ੍ਹਨ ਵਾਲੇ ਨੂੰ ਕਿੰਨਾ ਫਲ ਦਿੰਦੀ ਹੈ, ਉਹ ਦੱਸ ਰਹੇ ਇਹਦੇ ਵਿੱਚ ਦੋਹਰੇ 'ਚ। ਕਹਿੰਦੇ ਆ ਵੀ ਮਾਤਾ ਵਤ ਰੱਖਿਆ ਕਰੇ। ਇਹ ਵਿਦਿਆ ਤਾਂ ਭਾਈ ਮਾਤਾ ਵਤ, ਮਾਤਾ ਦੀ ਵਤ ਕਈ ਤਰ੍ਹਾਂ ਜਾਂ ਮਾਤਾ ਵਾਂਗ ਰੱਖਿਆ ਕਰਦੀ। ਜਿਵੇਂ ਮਾਂ ਬੱਚੇ ਦੀ ਰੱਖਿਆ ਕਰਦੀ ਹੈ, ਡਿੱਗਣ ਨਹੀਂ ਦਿੰਦੀ ਮੰਜੀ ਤੋਂ ਹੇਠਾਂ, ਸਮੇਂ ਸਮੇਂ 'ਤੇ ਦੁੱਧ ਦਿੰਦੀ ਹੈ, ਉਹਨੂੰ ਭੋਜਨ ਦਿੰਦੀ ਹੈ, ਛਕਣ ਨੂੰ ਜਲ ਦਿੰਦੀ ਹੈ, ਵਸਤਰ ਪਹਿਨਾਉਂਦੀ, ਮਾਤਾ ਵਾਂਗ ਰੱਖਿਆ ਕਰਦੀ ਹੈ ਵਿਦਿਆ। ਪਿਤਾ ਜਿਵੇਂ ਹਿਤਕਾਰ ਅਤੇ ਪਿਤਾ ਜਿਵੇਂ ਹਿਤਕਾਰ, ਹਿਤ ਪਿਆਰ ਕਰਦਾ, ਹਿਤ ਨਾਮ ਪਿਆਰ ਦਾ, ਪ੍ਰੇਮ ਦਾ, ਪ੍ਰੇਮ ਜਿਵੇਂ ਕਾਰਗੀ ਕਰਦਾ, ਇਵੇਂ ਪ੍ਰੇਮ ਕਰਦੀ ਹੈ ਪਿਤਾ ਵਾਂਗ, ਜਿਵੇਂ ਪਿਤਾ ਕਰਦਾ। ਅਤੇ ਜਿਵੇਂ ਦਾ ਅਰਥ ਜਿਵੇਂ ਵੀ, ਜਿਵੇਂ ਦਾ ਅਰਥ ਵਾਂਗ ਵੀ। ਜਿਵੇਂ ਪਿਤਾ ਪਿਆਰ ਕਰਦਾ, ਇਸੇ ਤਰ੍ਹਾਂ ਪਿਤਾ ਜਿਵੇਂ ਵਾਂਗ ਹੀ ਹਿਤ ਕਰਦੀ, ਪਿਆਰ ਕਰਦੀ। ਜਿਵੇਂ ਹਿਤ ਨਾਲ
ਭਲੇ ਦਾ ਹੀ ਹੁੰਦਾ। ਜਿਵੇਂ ਪਿਤਾ ਭਲਾ ਕਰਦਾ ਹਮੇਸ਼ਾ ਆਪਣੇ ਪੁੱਤਰ ਦਾ, ਪਿਤਾ ਵਾਂਗ ਵਿਦਿਆ ਭਲਾ ਹੀ ਕਰਦੀ, ਮਾੜੇ ਚੰਗੇ ਕੰਮਾਂ ਤੋਂ ਰੋਕਦੀ ਹੈ, ਇਹ ਕਾਰ ਗਿਆਨ ਦਿੰਦੀ ਹੈ, ਸਮਝੇ ਨਾ ਸਮਝੇ। ਕਰੇ ਨਾਰ ਜਿਉ ਪ੍ਰੇਮ ਬਹੁ, ਫਿਰ ਜਿਸ ਪ੍ਰਕਾਰ ਨਾਰ ਕਹੀਏ ਇਸਤਰੀ ਆਪਣੇ ਪਤੀ ਨਾਲ ਬਹੁਤ ਪ੍ਰੇਮ ਕਰੇ ਕਹੀਏ ਕਰਦੀ ਹੈ, ਪਿਆਰ ਕਰਦੀ ਹੈ, ਤਿਵੇਂ ਵਿਦਿਆ ਇਸਤਰੀ ਵਾਂਗ ਬਹੁਤ ਪ੍ਰੇਮ ਕਰਦੀ। ਜਿਵੇਂ ਇਸਤਰੀ ਆਪਣੇ ਪਤੀ ਦੀ ਸੇਵਾ ਕਰਦੀ ਹੈ ਨਾ, ਤਿਵੇਂ ਵਿਦਿਆ ਪੁਰਖ ਦੀ ਲੋਕਾਂ ਪਾਸੋਂ ਬਹੁਤ ਸੇਵਾ ਕਰਾਉਂਦੀ। ਲੋਕ ਕਹਿੰਦੇ ਵਿਦਵਾਨ ਪੁਰਖਾਂ ਨੂੰ ਕਿ ਆ ਬਹੁਤ ਮਹਾਨ ਵਿਦਵਾਨ ਹੈ, ਬਹੁਤ ਸੇਵਾ ਅਦਬ ਸਤਿਕਾਰ ਕਰਦੇ ਉਹਦਾ। ਇਸਤਰੀ ਕਰਦੀ ਕਿ ਨਹੀਂ ਕਰਦੀ ਆਪਣੇ ਪਤੀ ਦਾ ਪ੍ਰੇਮ। ਇਸੇ ਤਰ੍ਹਾਂ ਵਿਦਿਆ ਵੇਖੋ, ਇਸਤਰੀ ਆਪਣੇ ਪਤੀ ਦੀ ਸੇਵਾ ਕਰਦੀ ਹੈ, ਅਤੇ ਵਿਦਿਆ ਇਹ ਇਸਤਰੀ ਵਾਂਗ ਕਿਵੇਂ ਚੱਲਦੀ ਆ ਵੀ ਸਤਿਕਾਰ ਕਰਾਉਂਦੀ ਲੋਕਾਂ ਨੂੰ, ਹਾਰ ਪਵਾ ਦਿੰਦੀ ਗਲਾਂ 'ਚ, ਵਸਤਰ ਲੋਕ ਦਿੰਦੇ, ਮਾਇਆ ਦਿੰਦੇ, ਆਓ ਇੱਥੇ ਬੈਠੋ ਵਿਦਵਾਨ ਜੀ, ਇੱਥੇ ਬੈਠੋ ਗਿਆਨੀ ਜੀ, ਇੱਦਾਂ ਸਤਿਕਾਰ ਕਰਾਉਂਦੀ ਇਸਤਰੀਆਂ ਨੂੰ। ਕਰੇ ਨਾਰ ਜਿਉ ਪ੍ਰੇਮ ਬਹੁ, ਜਿਵੇਂ ਬਹੁਤ ਪ੍ਰੇਮ ਨਾਰ ਕੀ ਇਸਤਰੀ ਕਰਦੀ ਹੈ ਆਪਣੀ ਘਰ ਵਾਲੀ ਆਪਣੇ ਪਤੀ ਨਾਲ, ਇਸੇ ਤਰ੍ਹਾਂ ਇਹ ਵਿਦਿਆ ਪ੍ਰੇਮ ਕਰਦੀ ਪਤਨੀਆਂ ਵਾਂਗ, ਸਤਿਕਾਰ ਕਰਾਉਂਦੀ। ਸੋ ਕਟਾਰ ਸੁਖਕਾਰ, ਫਿਰ ਇਹ ਵਿਦਿਆ ਸਾਰੇ ਜਿਹੜੇ ਸੋਗ ਆ ਕਾਮ ਆ ਉਹਨਾਂ ਨੂੰ ਟਾਲ ਕਹੀਏ ਟਾਲ ਦਿੰਦੀ ਹੈ, ਦੂਰ ਕਰ ਦਿੰਦੀ ਹੈ, ਟਾਲ ਕਹੀਏ ਨਾਸ਼ ਕਰ ਦਿੰਦੀ ਹੈ, ਅਤੇ ਸੁਖਕਾਰ ਸੁੱਖ ਕਾਰ ਕਹੀਏ ਕਰਨ ਵਾਲੀ ਹੈ, ਸੁੱਖ ਕਾਰ ਕਹੀਏ ਕਰਦੀ ਹੈ, ਸੁੱਖ ਕਹੀਏ ਦੇਣਾ, ਕਾਰ ਕਹੀਏ ਕਰਦੀ ਹੈ। ਵਿਦਿਆ ਬਾਂਧਵ ਜਿਉ ਸਕਲ, ਵਿਦਿਆ ਬਾਂਧਵ ਕਹੀਏ ਸੰਬੰਧੀਆਂ, ਜਿਉਂ ਕਹੀਏ ਵਾਣ। ਵਿਦਿਆ ਫਿਰ ਇਹ ਬਾਂਧਵ ਕਹੀਏ ਸੰਬੰਧੀਆਂ ਰਿਸ਼ਤੇਦਾਰਾਂ ਵਾਂਗ, ਸਕਲ ਕਹੀਏ ਸਾਰੇ, ਕਾਰਜ ਦੇਤ ਸਵਾਰ, ਕੰਮ ਜਿਹੜੇ ਸਵਾਰ ਕਹੀਏ ਦੇਤ ਕਹੀਏ ਦਿੰਦੀ। ਜਿਉਂ ਦਾ ਅਰਥ ਜਿਵੇਂ ਵੀ ਆ, ਅਤੇ ਜਿਉਂ ਦਾ ਅਰਥ ਵਾਂਗ ਵੀ ਆ, ਵੀ ਜਿਵੇਂ ਰਿਸ਼ਤੇਦਾਰ ਸਕਲ ਸਾਰੇ ਕੰਮ ਆਪਣੇ ਸਵਾਰ ਦਿੰਦੇ ਆ ਨਾ, ਲੋੜ ਵੇਲੇ ਪੈਸਾ ਧੇਲਾ ਦੇ ਦਿੰਦੇ, ਹੱਥ ਹੀ ਵਟਾ ਦਿੰਦੇ ਆ, ਇਸੇ ਤਰ੍ਹਾਂ ਵਿਦਿਆ ਬਾਂਧਵ ਜਿਉਂ ਸਕਲ, ਵਿਦਿਆ ਜਿਹੜੀ ਆ ਬਾਂਧਵ ਰਿਸ਼ਤੇਦਾਰਾਂ ਜਿਉਂ ਕਹੀਏ ਵਾਂਗ, ਸਕਲ ਕਹੀਏ ਸਾਰੇ, ਕੰਮ ਸਵਾਰ ਦੇਤ ਦਿੰਦੀ ਹੈ। ਭਾਵ ਸੰਬੰਧੀ ਵੀ ਜੀਵ ਦੇ ਸਾਰੇ ਕਾਰਨ ਨਹੀਂ ਸਵਾਰ ਸਕਦੇ, ਇਹ ਗੱਲ ਤਾਂ ਪੱਕੀ। ਕਿਸੇ ਵੇਲੇ ਉਹ ਮੂੰਹ ਮਾਂ ਮੋੜ ਜਾਂਦੇ, ਪਰ ਵਿਦਿਆ ਲੋਕ ਪਰਲੋਕ ਦੇ ਕੰਮ ਵੀ ਸਵਾਰ ਦਿੰਦੀ ਹੈ। ਸੰਬੰਧੀ ਮਰਨ ਵੇਲੇ ਨਹੀਂ ਕੋਈ ਸਵਾਰ ਸਕਦੇ, ਪਰ ਵਿਦਿਆ ਪੜ੍ਹੀ ਹੋਈ ਫਲੀ ਫੂਲ ਹੁੰਦੀ ਹੈ। ਵਿਦਵਾਨ ਪੁਰਸ਼ ਨੂੰ ਲੋਕ ਬਗਾਨੇ ਵੀ 7 ਬਗਾਨੇ ਚੁੱਕਦੇ, ਆਪਣੇ ਕਿਸੇ ਵੇਲੇ ਨਾ ਹੀ ਚੁੱਕਣ, ਵਿਦਵਾਨ ਪੁਰਸ਼ ਨੂੰ ਕਈ ਚੁੱਕਦੇ। ਆਪਾਂ ਅੱਖੀਂ ਵੇਖੇ ਸੰਤ ਮਹਾਂਪੁਰਸ਼ਾਂ ਦੇ ਜਿਹੜੇ ਵਿਦਵਾਨ ਆ, ਉਹਨਾਂ ਦੇ ਸਗੋਂ ਘਰ ਦੇ ਮੈਂਬਰ ਨਹੀਂ ਉੱਥੇ ਹੁੰਦੇ, ਦੁਨੀਆ ਬਹੁਤ ਉਗਦੀ। ਇਸ ਤਰ੍ਹਾਂ ਸਾਰੇ ਕੰਮ ਸਵਾਰ ਦਿੰਦੀ ਲੋਕ ਦੇ ਪਰਲੋਕ ਦੇ। ਜਦੋਂ ਵਿਦਿਆ ਪੜ੍ਹੀ ਹੈ, ਆਤਮ ਗਿਆਨੀ ਬਣ ਜਾਣਾ, ਪਰਲੋਕ 'ਚ ਆਪੇ ਕੰਮ ਸਵਾਰੇ ਜਾਣੇ। ਦਾਇਕ ਕੀਰਤ ਦਰਬ ਕੀ, ਫਿਰ ਇਹ ਵਿਦਿਆ ਲੋਕ ਪਰਲੋਕ ਵਿੱਚ ਇਹ ਕੀਰਤ ਵਡਿਆਈ ਜਸ ਮਹਿਮਾ ਦਾਇਕ ਕਹੀਏ ਦੇਣ ਵਾਲੀ, ਅਤੇ ਦਰਬ ਕਹੀਏ ਧਨ ਦੀ ਵੀ ਬਖਸ਼ਿਸ਼ ਕਰਨ ਵਾਲੀ। ਅਤੁੱਲ ਧਨ ਵਿਛਾਇਆ, ਤੋਲਣ ਤੋਂ ਰਹਿਤ ਧਨ ਲਵਾਉਂਦੀ। ਦੇਸ਼ਾਂ ਵਿਦੇਸ਼ਾਂ ਵਿੱਚ ਵਿਦਵਾਨ ਜਾ ਰਹੇ, ਪੈਸਾ ਵਾਧੂ ਕਮਾ ਰਹੇ, ਤਾਂ ਤੇ ਪੜੇ ਉਦਾਰ, ਤਾਂ ਤੇ ਕਹੀਏ ਇਸ ਕਰਕੇ, ਜਾਂ ਤਾਂ ਤੇ ਕਹੀਏ ਇਸ ਕਰਕੇ, ਜਾਂ ਤਿਸ ਕਰਕੇ ਪੜ੍ਹੇ। ਇਹ ਜਿਹੜਾ ਨਾ ਵਿਦਿਆ ਨੂੰ ਜ਼ਰੂਰ ਪੜ੍ਹੇ ਕਹੀਏ ਪੜ੍ਹੇ ਮਨੁੱਖ, ਉਦਾਰ ਕਹੀਏ ਜਿਹੜਾ ਸ੍ਰੇਸ਼ਟ ਜਗਿਆਸੂ ਆ, ਉਹ ਐਂ ਸ੍ਰੇਸ਼ਟਤਾਈ ਨਾਲ ਵਿਦਿਆ ਪੜ੍ਹੇ। ਉਦਾਰ ਕਹੀਏ ਐਂ ਖੁੱਲ੍ਹ ਦਿਲੀ ਨਾਲ, ਖੁੱਲ੍ਹੇ ਦਿਲ ਨਾਲ, ਸਖੀ ਦਾਤਾ ਹੋ ਕੇ ਵੱਧ ਤੋਂ ਵੱਧ ਪੜ੍ਹੇ ਅਤੇ ਪੜ੍ਹਾਵੇ। ਅਤੇ ਪੜ੍ਹੇ ਕਹੀਏ ਤਾਂ ਇਸ ਕਰਕੇ ਪੜ੍ਹੇ ਕਹੀਏ ਪੜ੍ਹਦੇ ਰਹਿਣਾ ਚਾਹੀਦਾ। ਉਦਾਰ ਕਹੀਏ ਸਖੀ ਦਾਤੇ ਹੋ ਕੇ ਸ੍ਰੇਸ਼ਟਤਾਈ ਨਾਲ, ਉਦਾਰ ਕਹੀਏ ਸ੍ਰੇਸ਼ਟ ਜਗਿਆਸੂ ਬਣ ਕੇ। ਅਤੇ ਸ੍ਰੇਸ਼ਟ ਜਾਨ ਇਸੇ ਕਰਕੇ ਵਿਦਿਆ ਨੂੰ ਪੜ੍ਹਦੇ ਵੀ, ਕਿਉਂਕਿ ਇਹ ਕੀਰਤੀ ਵੀ ਦਿੰਦੀ ਹੈ ਅਤੇ ਧਨ ਵੀ ਦਿੰਦੀ।
ਸਹਿਸ ਗੁਣ ਵਿਦਿਆ ਵਧੇ। ਹੁਣ ਵਿਦਿਆ ਵੱਧਦੀ ਕਿਵੇਂ ਇਹ ਦੱਸਣ ਲੱਗੇ। ਕਹਿੰਦੇ ਸਹਿਸ ਨਾਮ ਹਜ਼ਾਰਾਂ ਗੁਣਾ ਵਿਦਿਆ ਜਿਹੜੀ ਆ ਵਧੇ ਕੀ ਵੱਧਦੀ। ਕਿੱਦਾਂ? ਪੁਨਾ ਅਭਿਆਸ। ਪਿੱਛੇ ਆਈ ਗਿਆ ਨਾ ਕਿ ਵੀ ਅਭਿਆਸ ਤੋਂ ਬਿਨਾਂ ਜ਼ਹਿਰ ਆ। ਹਾਂ, ਵੱਧਦੀ ਕਿਵੇਂ? ਪੁਨਾ ਬਾਰ ਮੁੜ ਵਿਦਿਆ ਦਾ ਅਭਿਆਸ ਕਰੀਏ ਨਾ, ਅਧਿਐਨ ਕਰੀਏ, ਕੋਈ ਵੀ ਆਪਾਂ ਸ਼ਬਦ ਨੂੰ ਬਾਰ ਪੜ੍ਹੀਏ, ਉਹਦੇ ਵਿੱਚੋਂ ਅਰਥ ਖੋਲ੍ਹਦੇ ਹਾਂ। ਹਾਂਜੀ, ਫਿਰ ਪੁਨਾ ਜਦੋਂ ਕਿਸੇ ਨੂੰ ਪੜ੍ਹਾਉਂਦੇ ਹਾਂ ਤਾਂ ਵੀ ਗਿਆਨ ਗੱਲਾਂ ਖੋਲ੍ਹਦੀਆਂ, ਵਿਚਾਰਾਂ ਖੋਲ੍ਹਦੀਆਂ। ਪੁਨਾ ਜਦੋਂ ਪੜ੍ਹਦੇ ਹਾਂ ਤਾਂ ਵੀ ਗਿਆਨ ਹੁੰਦਾ, ਜੇ ਪੜ੍ਹਾਉਂਦੇ ਤਾਂ ਵੀ ਗਿਆਨ ਹੁੰਦਾ। ਪੁਨਾ ਅਭਿਆਸ, ਬਾਰ ਅਭਿਆਸ ਕਰਨ ਨਾਲ ਹਜ਼ਾਰਾਂ ਗੁਣਾ ਵਿਦਿਆ ਵੱਧਦੀ ਹੈ। ਸਾਰ ਕਿਤਾਬ ਲਈ ਜਿੰਨੀ ਵਾਰ ਪੜ੍ਹਾਈ ਜਾਊਗੀ ਇਹਦੇ ਵਿੱਚ ਹੋਰ ਗਿਆਨ ਮਿਲਦਾ ਹੀ ਜਾਊ, ਅਰਥ ਖੋਲ੍ਹਦੇ ਜਾਣ। ਰਸਨਾਗਰੇ ਨਿਸ ਦਿਨ ਬਸੇ। ਦ੍ਰਿਸ਼ਟਾਂਤ ਦੇਣ ਲੱਗੇ ਆ ਵੀ ਵਿਦਿਆ ਜਿਹੜੀ ਆ ਰਸਨ ਅੱਗ, ਜਿਹੜਾ ਕੰਨਾਂ ਚੌੜਾ ਨਿਕਲਣਾ। ਰਸਨ ਅਗਰੇ, ਰਸਨ ਨਾਮ ਜੀਵ ਦਾ, ਜ਼ੁਬਾਨ ਦਾ, ਜ਼ੁਬਾਨ ਦੇ ਅਤੇ ਜੀਭ ਦੇ। ਅਗਰੇ ਕਹੀਏ ਅੱਗੇ, ਭਾਵ ਜ਼ੁਬਾਨ 'ਤੇ ਨਿਸ ਕਹੀਏ ਰਾਤ ਦਿਨ ਬਸੇ ਕਹੀਏ ਵਸ ਜਾਂਦੀ। ਭਾਵ ਅਰਥਾਤ ਇਹ ਆ ਵੀ ਸੁੱਤੇ ਸੇਜ ਦੀ ਵਿਦਿਆ ਕੰਠ ਹੋ ਜਾਂਦੀ। ਜਦੋਂ ਬਾਰ ਅਭਿਆਸ ਕਰਨਾ। ਠੀਕ ਹੈ ਜੀ, ਪੁਨਾ ਅਭਿਆਸ ਕਰਨਾ। ਜਿਉਂ ਜਲ ਨੀਚੇ ਵਾਸ। ਦ੍ਰਿਸ਼ਟਾਂਤ ਦਿੱਤਾ ਵਾ ਵੀ ਜਿਵੇਂ ਜਲ ਜਿਹੜਾ ਪਾਣੀ ਆ ਨਾ, ਉਹ ਨੀਚੇ ਕਹੀਏ ਹਮੇਸ਼ਾ ਨੀਵੀਂ ਥਾਂ 'ਤੇ ਨਿਵਾਸ ਕਰਦਾ। ਜਿੱਧਰ ਨਿਵਾਣ ਉਹ ਪਾਣੀ ਉੱਧਰ ਹੀ ਜਾਂਦਾ। ਨੀਵੀਂ ਥਾਂ 'ਤੇ ਪਾਣੀ ਆਪਣੇ ਆਪ ਆ ਜਾਂਦਾ, ਉਹਨੂੰ ਲਿਆਉਣ ਦੀ ਲੋੜ ਨਹੀਂ ਪੈਂਦੀ। ਪਾਣੀ ਡੋਲ ਦਿਓ, ਜਿੱਧਰ ਨੀਵਾਂ ਉੱਧਰ ਆਪਣੇ ਚੱਲ ਜਾਂਦਾ। ਅਤੇ ਇਵੇਂ ਬਾਰ ਅਭਿਆਸ ਕਰਨ ਨਾਲ ਇਹ ਜਿਹੜੀ ਵਿਦਿਆ ਵਾ ਰਸਨਾ ਦੇ ਅਗਰੇ ਕਹੀਏ ਅੱਗੇ ਆ ਜਾਂਦੀ ਆ, ਰਾਤ ਦਿਨ ਵਸ ਜਾਂਦੀ ਆ। ਜਦੋਂ 25 ਵਾਰ ਜਿਹੜੇ ਸੰਥਿਆ ਕਰਦੇ ਆ, ਫਿਰ ਉਹਨਾਂ ਦੀ ਰਸਨਾ 'ਤੇ ਹੀ ਵਸਦੀ। ਪ੍ਰਭ ਜੀ ਬਸੇ ਸਾਧ ਕੀ ਰਸਨਾ। ਗੁਰਬਾਣੀ ਹੁਣ ਪ੍ਰਭੂ ਪਰਮੇਸ਼ਰ ਹੀ ਆ ਨਾ, ਅਤੇ ਰਸਨਾ 'ਤੇ ਵਸਦੀ ਹੈ। ਉਹ ਜਦੋਂ ਫਿਰ ਕੋਈ ਵੀ ਗੱਲ ਕਰਦੇ ਝੱਟ ਹੀ ਗੁਰਬਾਣੀ ਪ੍ਰਮਾਣ ਲਾ ਦਿੰਦੇ। ਉਹ 25 ਵਾਰ ਪੜ੍ਹੇ ਦਾ ਅਭਿਆਸ ਹੈ। ਰਾਤ ਦਿਨ ਰਸਨਾ ਜੀਭ ਦੇ ਅੱਗੇ ਹੀ ਵਸ ਜਾਂਦੀ ਹੈ, ਜਿਵੇਂ ਜਲ ਹਮੇਸ਼ਾ ਨੀਵਾਂ ਹੋ ਕੇ ਵਸਦਾ ਹੈ। ਸ਼ਾਸਤਰਕਾਰ ਮਦ ਹੱਥ ਸੁਜਾਨ। ਸ਼ਾਸਤਰ ਕਹੀਏ ਗ੍ਰੰਥ, ਵਿਦਿਆ ਪੜ੍ਹਨ ਸੁਣਨ। ਸ਼ਾਸਤਰ ਕਹੀਏ ਵਿਦਿਆ ਗ੍ਰੰਥ ਨੂੰ ਪੜ੍ਹਨ ਸੁਣਨ ਕਰਕੇ ਸੁਜਾਨ ਸ੍ਰੇਸ਼ਟ ਮਨੁੱਖ ਜਿਹੜੇ ਹੈ ਨਾ, ਸੋ ਕਹੀਏ ਸ੍ਰੇਸ਼ਟ ਜਾਨ ਪੁਰਸ਼। ਸ੍ਰੇਸ਼ਟ ਜਿਹੜੇ ਮਨੁੱਖ ਪੁਰਸ਼ ਆ, ਉਹ ਆਪਣੇ ਅੰਦਰੋਂ ਮਦ ਕਹੀਏ ਜਿਹੜਾ ਹੰਕਾਰ ਆ, ਉਹਨੂੰ ਹੱਥ ਕਹੀਏ ਨਾਸ ਕਰ ਲੈਂਦੇ। ਅਤੇ ਖਲਕੋ ਮਦ ਉਪਜੰਤ। ਅਤੇ ਮੂਰਖਾਂ ਨੂੰ ਇਹ ਵਿਦਿਆ ਕੀ ਆ? ਨੁਕਸਾਨ ਕਰਦੀ। ਖਲ ਮੂਰਖ ਮਨੁੱਖ ਨੂੰ ਵੇਖੋ ਉਹੀ ਵਿਦਿਆ ਵਾ ਜਿਹੜੀ ਇੱਕ ਸ੍ਰੇਸ਼ਟ ਪੁਰਖਾਂ ਨੂੰ ਅੰਮ੍ਰਿਤ ਆ ਅਤੇ ਮੂਰਖ ਨੂੰ ਜ਼ਹਿਰ ਆ। ਅਤੇ ਉਹ ਕਿਵੇਂ ਆ ਵੀ ਖਲਕੋ ਮੂਰਖ ਨੂੰ ਮਦ ਕਹੀਏ ਹੰਕਾਰ ਪੈਦਾ ਉਪਜੰਤ ਕਰ ਦਿੰਦੀ। ਹੰਕਾਰ ਹੋ ਜਾਂਦਾ ਵਿਦਿਆ ਪੜ੍ਹ ਕੇ। ਮੈਂ ਇੰਨਾ ਪੜ੍ਹਿਆ, ਹੁਣ ਨਹੀਂ ਮੇਰੇ 'ਤੇ ਕੋਈ ਗੱਲ ਲਾਗੂ। ਮੈਨੂੰ ਤਾਂ ਤੁਸੀਂ ਮੇਰਾ ਸਤਿਕਾਰ ਨਹੀਂ ਕੀਤਾ, ਤੁਸੀਂ ਜਾਣਦੇ ਨਹੀਂ ਮੈਂ ਕਿੰਨਾ ਪੜ੍ਹਿਆ, ਕਿੰਨਾ ਸ਼ਾਸਤਰੀ ਹਾਂ। ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ। ਅੱਗੇ ਹੋਰ ਪ੍ਰਮਾਣ ਦ੍ਰਿਸ਼ਟਾਂਤ ਦੇਣ ਲੱਗੇ। ਜਿਉਂ ਦ੍ਰਿਗ ਭਾਨ ਪ੍ਰਕਾਸ਼ ਹੋਇਆ। ਦ੍ਰਿਸ਼ਟਾਂਤ ਦਿੰਦੇ ਆ ਵੀ ਜਿਉਂ ਕਹੀਏ ਜਿਵੇਂ ਭਾਨ ਕਹੀਏ ਸੂਰਜ ਦੇ ਚੜ੍ਹਨ ਨਾਲ। ਵੇਖੋ ਦ੍ਰਿਗ ਜਿਹੜੇ ਮਨੁੱਖ ਆ, ਉਹਨਾਂ ਦੇ ਦ੍ਰਿਗ ਨੇਤਰਾਂ ਨੂੰ ਜਾਂ ਸਾਰੇ ਜੀਵਾਂ ਦੇ ਨੇਤਰਾਂ ਨੂੰ ਪ੍ਰਕਾਸ਼ ਹੋਇਆ। ਪ੍ਰਕਾਸ਼ ਚਾਨਣਾ ਹੋਇਆ ਕਹੀਏ ਹੋ ਜਾਂਦਾ। ਜਦੋਂ ਭਾਨ ਕਹੀਏ ਸੂਰਜ ਜਦੋਂ ਚੜ੍ਹਦਾ ਨਾ, ਜਿਵੇਂ ਕਹਿੰਦੇ ਉਹ ਸਾਰੇ ਜੀਆਂ ਜਨਤਾ ਦੇ ਦ੍ਰਿਗ ਨੇਤਰਾਂ ਨੂੰ ਪ੍ਰਕਾਸ਼ ਚਾਨਣਾ ਹੋਇਆ ਕਹੀਏ ਹੋ ਜਾਂਦਾ। ਉੱਲੂ ਅੰਧ ਕਰੰਤ ਪਰ ਉਲਟੀ ਖੇਡਿਆ। ਉਹੀ ਸੂਰਜ ਦਾ ਜਿਹੜਾ ਪ੍ਰਕਾਸ਼ ਆ, ਜਿਹੜਾ ਉੱਲੂ ਆ,
ਸੂਰਜ ਦਾ ਚਾਨਣਾ ਉੱਲੂ ਤੇ ਅੰਧ ਕਹੀਏ ਅੰਨਾ ਕਰੰਤ ਕਹੀਏ ਕਰ ਦਿੰਦਾ। ਉੱਲੂ ਅੰਨਾ ਹੋ ਜਾਂਦਾ, ਉਹ ਕਹਿੰਦਾ ਸੂਰਜ ਚੜ੍ਹਿਆ ਕਿਉਂ। ਚੋਰਾਂ ਨੂੰ ਵੀ ਅੰਨ੍ਹਿਆ ਕਰ ਦਿੰਦਾ, ਕਹਿੰਦੇ ਸੂਰਜ ਚੜ੍ਹਿਆ ਹੀ ਕਿਉਂ। ਅਤੇ ਜਿਹੜੇ ਕੰਮ ਕਿਰਤ ਵਾਲੇ, ਕਮਾਈ ਵਾਲੇ, ਬੰਦਗੀ ਵਾਲੇ, ਕਹਿੰਦੇ ਸੂਰਜ ਚੜ੍ਹ ਗਿਆ, ਹੁਣ ਉੱਠੀਏ ਦਾ ਬੰਦਗੀ ਕਰੀ। ਉਹ ਸਾਰੇ ਜੀਵਾਂ ਨੂੰ ਵੇਖੋ, ਉਹੀ ਸੂਰਜ ਜਿਹੜਾ ਪ੍ਰਕਾਸ਼ ਕਰ ਦਿੰਦਾ, ਜਿਹਦੇ ਨਾਲ ਪ੍ਰਕਾਸ਼ ਹੋਇਆ ਜਾਂਦਾ। ਉੱਲੂ ਅੰਧ ਕਰੰਤ, ਉਹੀ ਸੂਰਜ ਦਾ ਚਾਨਣ ਉੱਲੂ ਨੂੰ ਅੰਨਾ ਕਰ ਦਿੰਦਾ। ਤਿਵੇਂ ਜਿਹੜੀ ਇਹ ਵਿੱਦਿਆ ਵਾ ਸ੍ਰੇਸ਼ਟ ਮਨੁੱਖ ਦੇ ਤੇ ਅੰਦਰੋਂ ਹੰਕਾਰ ਦੂਰ ਕਰ ਦਿੰਦੀ ਆ। ਮੂਰਖ ਮਨੁੱਖ ਨੂੰ ਸਗੋਂ ਹੰਕਾਰ ਹੀ ਪੈਦਾ ਹੋ ਜਾਂਦਾ, ਹੰਕਾਰ ਦੇ ਸਹਿਤ ਹੋ ਜਾਂਦਾ ਹੈ। ਸੋ ਅੱਜ ਇੱਥੇ ਆਪਾਂ ਸਮਾਪਤੀ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਸ਼ਾਸਤਰਕਾਰ ਮਦ ਹੱਥ ਸੁਜਾਨ ਖਲ ਕੋ ਮਧ ਉਪਜੰਤ ਜਿਉ ਦ੍ਰਿਗ ਪਾਨ ਪ੍ਰਕਾਸ਼ ਹੋਇ ਉੱਲੂ ਅੰਧ ਕਰੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।